ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਸਾਈਟ 'ਤੇ ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਦਾ ਸਾਡਾ ਟੌਪਿਕ ਟ੍ਰੇਡ ਰਿਟੇਲ ਦੇ ਨਾਲ ਕੰਸਰਨਡ ਹੈ। ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੇਰਾ ਨਾਮ ਅਮਨਦੀਪ ਕੌਰ ਹੈ ਅਤੇ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਗਵਾੜਾ ਵਿਖੇ ਵੋਕੇਸ਼ਨਲ ਟ੍ਰੇਨਰ ਰਿਟੇਲ ਦੇ ਤੌਰ 'ਤੇ ਆਪਣੀਆਂ ਸੇਵਾਵਾਂ ਦੇ ਰਹੀ ਹਾਂ। ਡਿਪਾਰਟਮੈਂਟ ਆਫ ਸਕੂਲ ਐਜੂਕੇਸ਼ਨ ਐਂਡ ਨੈਸ਼ਨਲ ਸਕਿੱਲ ਕੁਆਲੀਫਿਕੇਸ਼ਨ ਫਰੇਮਵਰਕ ਵੱਲੋਂ ਇਹ ਬਹੁਤ ਹੀ ਅੱਛਾ ਉਪਰਾਲਾ ਕੀਤਾ ਜਾ ਰਿਹਾ ਹੈ, ਜਿਸ ਦੇ ਵਿੱਚ ਕਿ ਆਨਲਾਈਨ ਮੀਡੀਆ ਦੇ ਥਰੂ ਸਟੂਡੈਂਟਸ ਨੂੰ ਟੌਪਿਕ ਕਵਰ ਕਰਾਏ ਜਾਣਗੇ ਤਾਂ ਕਿ ਉਹਨਾਂ ਨੂੰ ਆਪਣਾ ਸਟੱਡੀ ਪੈਟਰਨ ਹੋਰ ਜ਼ਿਆਦਾ ਇੰਟਰਸਟਿੰਗ ਔਰ ਈਜ਼ੀ ਲੱਗੇ। ਅੱਜ ਦਾ ਸਾਡਾ ਟੌਪਿਕ ਕਲਾਸ 9 ਦੇ ਵਿਦਿਆਰਥੀਆਂ ਦੇ ਲਈ ਯੂਨਿਟ 4 ਕਸਟਮਰ ਸਰਵਿਸ ਹੈ। ਇਹ ਬਹੁਤ ਹੀ ਇੰਟਰਸਟਿੰਗ ਟੌਪਿਕ ਹੈ। ਇਸ ਟੌਪਿਕ ਦੇ ਵਿੱਚ ਅਸੀਂ ਪੜ੍ਹਾਂਗੇ ਕਿ ਅਸੀਂ ਆਪਣੇ ਕਸਟਮਰ ਨੂੰ ਕਿੱਦਾਂ ਦੀ ਇਫੈਕਟਿਵ ਸਰਵਿਸ ਦਈਏ, ਜਿਸ ਦੇ ਨਾਲ ਕਿ ਜਿਹੜਾ ਸਾਡਾ ਕਸਟਮਰ ਹੈ ਸਾਡੇ ਨਾਲ ਹਮੇਸ਼ਾ ਜੁੜ ਕੇ ਰਹੇ ਅਤੇ ਸਾਡਾ ਰਿਟੇਲ ਬਿਜ਼ਨਸ ਹੋਰ ਜ਼ਿਆਦਾ ਗਰੋ ਕਰ ਸਕੇ। ਯੂਨਿਟ 4 ਕਸਟਮਰ ਸਰਵਿਸ ਦੇ ਵਿੱਚ ਅਸੀਂ 4 ਸੈਸ਼ਨਸ ਪੜ੍ਹਾਂਗੇ। ਫਰਸਟ ਸੈਸ਼ਨ ਕਸਟਮਰ ਨੀਡਸ ਐਂਡ ਸਰਵਿਸ, ਸੈਕਿੰਡ ਇਫੈਕਟਿਵ ਕਸਟਮਰ ਸਰਵਿਸ, ਸੈਸ਼ਨ 3 ਦੇ ਵਿੱਚ ਆਰਗੇਨਾਈਜੇਸ਼ਨ ਸਟੈਂਡਰਡਸ ਐਂਡ ਸੈਸ਼ਨ 4 ਦੇ ਵਿੱਚ ਕਸਟਮਰ ਐਕਸਪੈਕਟੇਸ਼ਨ ਬਾਰੇ ਪੜ੍ਹਾਂਗੇ। ਕਸਟਮਰ ਇਜ਼ ਦਾ ਕਿੰਗ। ਹੁਣ ਤੁਸੀਂ ਸਕਰੀਨ 'ਤੇ ਦੇਖ ਰਹੇ ਹੋਵੋਗੇ ਕਿ ਲਿਖਿਆ ਹੈ ਕਿ ਕਸਟਮਰ ਇਜ਼ ਦਾ ਕਿੰਗ। ਜਿਹੜਾ ਕਸਟਮਰ ਹੈ ਰਿਟੇਲ ਆਰਗੇਨਾਈਜੇਸ਼ਨ ਦੇ ਵਿੱਚ ਅਸੀਂ ਉਸਨੂੰ ਇੱਕ ਕਿੰਗ ਦੇ ਤੌਰ 'ਤੇ ਕੰਸੀਡਰ ਕਰਦੇ ਹਾਂ ਕਿ ਅਸੀਂ ਉਸਨੂੰ ਸਭ ਤੋਂ ਉੱਪਰਲੀ ਜਗ੍ਹਾ ਦਿੰਦੇ ਹਾਂ, ਕਿਉਂਕਿ ਕਸਟਮਰ 'ਤੇ ਹੀ ਸਾਡਾ ਜਿਹੜਾ ਬਿਜ਼ਨਸ ਹੈ ਬੇਸਡ ਹੁੰਦਾ ਹੈ। ਇੱਕ ਕਸਟਮਰ ਦੀਆਂ ਨੀਡਸ ਔਰ ਉਸਦੀਆਂ ਵਾਂਟਸ ਨੂੰ ਸੈਟਿਸਫਾਈ ਕਰਕੇ ਹੀ ਅਸੀਂ ਆਪਣੇ ਬਿਜ਼ਨਸ ਨੂੰ ਗਰੋ ਕਰ ਸਕਾਂਗੇ। ਕਸਟਮਰ ਦੀ ਸੈਟਿਸਫੈਕਸ਼ਨ ਦੇ ਵਿੱਚ ਹੀ ਸਾਡੇ ਬਿਜ਼ਨਸ ਆਰਗੇਨਾਈਜੇਸ਼ਨ ਦੀ ਪ੍ਰੋਗਰੈਸ ਛਿਪੀ ਹੁੰਦੀ ਹੈ। ਸੋ ਕਸਟਮਰ ਦੀਆਂ ਨੀਡਸ, ਰਿਕੁਆਇਰਮੈਂਟਸ ਨੂੰ ਔਰ ਉਸਦੀਆਂ ਜੋ ਵੀ ਗ੍ਰੀਵੈਂਸਿਸ, ਅਗਰ ਕਸਟਮਰ ਨੂੰ ਸਾਡੇ ਤੋਂ ਕੋਈ ਕੰਪਲੇਂਟਸ ਹੈ ਉਹਨੂੰ ਰਿਜ਼ੋਲਵ ਕਰਕੇ ਅੱਛੀ ਸਰਵਿਸ ਦੇਣ ਦੇ ਨਾਲ ਅਸੀਂ ਕਸਟਮਰ ਨੂੰ ਆਪਣੇ ਨਾਲ ਜੋੜ ਕੇ ਰੱਖ ਸਕਦੇ ਹਾਂ ਔਰ ਆਪਣੇ ਬਿਜ਼ਨਸ ਨੂੰ ਗਰੋ ਕਰ ਸਕਦੇ ਹਾਂ। ਫਸਟ ਸੈਸ਼ਨ ਦੇ ਵਿੱਚ ਅਸੀਂ ਪੜ੍ਹਾਂਗੇ ਕਸਟਮਰ ਨੀਡਸ ਐਂਡ ਸਰਵਿਸ। ਕਸਟਮਰ ਨੀਡਸ ਐਂਡ ਸਰਵਿਸ ਕਿ ਕਸਟਮਰ ਦੀਆਂ ਕੀ ਜ਼ਰੂਰਤਾਂ ਨੇ ਅਤੇ ਉਸਨੂੰ ਅਸੀਂ ਕਿਵੇਂ ਦੀ ਸਰਵਿਸ ਦੇਣੀ ਹੈ। ਸੋ ਇਸ ਨੂੰ ਪੜ੍ਹਨ ਦੇ ਲਈ ਸਭ ਤੋਂ ਪਹਿਲਾਂ ਅਸੀਂ ਪੜ੍ਹਾਂਗੇ ਕਿ ਕਸਟਮਰ ਔਰ ਕੰਜ਼ਿਊਮਰ ਦੇ ਵਿੱਚ ਫ਼ਰਕ ਕੀ ਹੁੰਦਾ ਹੈ। ਕਸਟਮਰ ਹੁੰਦਾ ਹੈ ਗਾਹਕ, ਖਰੀਦਦਾਰ, ਔਰ ਕੰਜ਼ਿਊਮਰ ਹੁੰਦਾ ਹੈ ਖਪਤਕਾਰ। ਅਗਰ ਅਸੀਂ ਇੱਕ ਆਮ ਭਾਸ਼ਾ ਦੇ ਵਿੱਚ ਗੱਲ ਕਰੀਏ ਤਾਂ ਸਾਨੂੰ ਲੱਗੇਗਾ ਕੋਈ ਫ਼ਰਕ ਨਹੀਂ ਹੈ, ਪਰ ਇੱਕ ਛੋਟਾ ਜਿਹਾ ਫ਼ਰਕ ਹੈ। ਗਾਹਕ ਉਹ ਬੰਦਾ ਹੁੰਦਾ ਹੈ ਜਿਹੜਾ ਕਿ ਵਸਤੂ ਨੂੰ ਖਰੀਦਦਾ ਹੈ, ਔਰ ਕੰਜ਼ਿਊਮਰ ਉਹ ਵਿਅਕਤੀ ਹੁੰਦਾ ਹੈ ਜਿਸ ਨੂੰ ਕਿ ਅਸੀਂ ਖਪਤਕਾਰ ਵੀ ਕਹਿੰਦੇ ਹਾਂ, ਜਿਹੜਾ ਕਿ ਉਸ ਵਸਤੂ ਦੀ ਖਪਤ ਕਰਦਾ ਹੈ। ਸੋ ਤੁਹਾਨੂੰ ਇਸ ਛੋਟੀ ਜਿਹੀ ਡੈਫੀਨੇਸ਼ਨ ਤੋਂ ਪਤਾ ਚੱਲ ਜਾਏਗਾ ਇਹਦੇ ਵਿੱਚ ਜੋ ਵੀ ਡਿਫਰੈਂਸ ਹੈ। ਕਸਟਮਰ ਇਜ਼ ਦਾ ਪਰਸਨ ਹੂ ਪਰਚੇਜ਼ਿਜ਼ ਦਾ ਗੁੱਡ ਔਰ ਸਰਵਿਸ ਐਂਡ ਦ ਕੰਜ਼ਿਊਮਰ ਇਜ਼ ਦਾ ਪਰਸਨ ਹੂ ਕੰਜ਼ਿਊਮਸ ਦਾ ਗੁੱਡਸ ਐਂਡ ਸਰਵਿਸਿਜ਼। ਕਸਟਮਰ ਉਹ ਵਿਅਕਤੀ ਹੈ ਜਿਹੜਾ ਕਿ ਵਸਤੂਆਂ ਖਰੀਦਦਾ ਹੈ ਅਤੇ ਕੰਜ਼ਿਊਮਰ ਉਹ ਵਿਅਕਤੀ ਹੈ ਜਿਹੜਾ ਕਿ ਉਹਨਾਂ ਵਸਤੂਆਂ ਦੀ ਖਪਤ ਕਰਦਾ ਹੈ। ਮਾਰਕੀਟਿੰਗ ਹੈਲਪਸ ਕਨਵਰਟ ਕਸਟਮਰਸ ਇਨਟੂ ਕੰਜ਼ਿਊਮਰਸ। ਜਦੋਂ ਅਸੀਂ ਅੱਛੀਆਂ ਮਾਰਕੀਟਿੰਗ ਸਟ੍ਰੈਟੇਜੀਜ਼ ਨੂੰ ਅਪਣਾਉਂਦੇ ਹਾਂ ਤਾਂ ਉਸ ਦੇ ਨਾਲ ਅਸੀਂ ਆਪਣੇ ਗਾਹਕਾਂ ਨੂੰ ਖਪਤਕਾਰਾਂ ਦੇ ਵਿੱਚ ਕਨਵਰਟ ਕਰ ਸਕਦੇ ਹਾਂ। ਗਾਹਕ ਨੂੰ ਖਪਤਕਾਰ ਦੇ ਵਿੱਚ ਕਨਵਰਟ ਕਰਨ ਦਾ ਮਤਲਬ ਇਹ ਹੁੰਦਾ ਹੈ ਕਿ ਅਸੀਂ ਆਪਣੇ ਗਾਹਕ, ਜਿਹੜਾ ਵਿਅਕਤੀ ਸਾਡੇ ਤੋਂ ਖਰੀਦਦਾਰੀ ਕਰਨ ਆਇਆ ਹੈ, ਸਪੋਜ਼ ਕਰੋ ਇੱਕ ਵਿਅਕਤੀ ਸਾਡੇ ਕੋਲ ਆਪਣੀ ਫੈਮਿਲੀ ਦੇ ਲਈ ਕੋਈ ਚੀਜ਼ ਦੀ ਖਰੀਦਦਾਰੀ ਕਰਨ ਆਇਆ ਹੈ, ਤਾਂ ਅਸੀਂ ਉਸਨੂੰ ਵੀ ਆਪਣਾ ਗਾਹਕ ਬਣਾ ਸਕਦੇ ਹਾਂ ਕਿ ਉਹ ਵਾਲਾ ਗਾਹਕ ਜਿਹੜਾ ਕਿ ਖਪਤ ਕਰਦਾ ਹੋਵੇ। ਸਪੋਜ਼ ਕਰੋ ਕਿ ਕੋਈ ਵਿਅਕਤੀ ਆਪਣੇ ਬੱਚਿਆਂ ਦੇ ਲਈ ਯੂਨੀਫਾਰਮ ਲੈਣ ਗਿਆ ਜਾਂ ਕੋਈ ਕੱਪੜੇ ਲੈਣ ਗਿਆ, ਅਤੇ ਅਸੀਂ ਉਹਨੂੰ ਵਧੀਆ ਤਰੀਕੇ ਦੇ ਨਾਲ ਅੱਛੀ ਸਰਵਿਸ ਦੇ ਕੇ ਅਸੀਂ ਉਸ ਦੀ ਖਪਤ ਦੇ ਲਈ ਵੀ ਅਸੀਂ ਉਸਨੂੰ ਵੀ ਇੱਕ ਸ਼ਰਟ ਭੇਜ ਸਕਦੇ ਹਾਂ। ਅਗਰ ਕੋਈ ਲੇਡੀ ਆਪਣੇ ਛੋਟੇ ਬੱਚਿਆਂ ਦਾ ਕੋਈ ਕੱਪੜਾ ਲੈਣ ਆਈ ਤਾਂ ਅਸੀਂ ਉਸਨੂੰ ਉਸ ਦੀ ਖਪਤ ਦੇ ਲਈ ਕੋਈ ਸੂਟ ਵੇਚ ਸਕਦੇ ਹਾਂ ਜਾਂ ਕੋਈ ਵੀ ਚੀਜ਼ ਜਿਹੜੀ ਕਿ ਉਸ ਦੇ ਯੂਜ਼ ਦੇ ਵਿੱਚ ਆ ਸਕੇ। Satisfied consumers will not only become customers but also promote the marketer and their products and services। ਕਹਿੰਦੇ ਕਿ ਜਿਹੜੇ ਸੈਟਿਸਫਾਈਡ ਕੰਜ਼ਿਊਮਰ ਹੈ, ਸਾਡਾ ਸੈਟਿਸਫਾਈਡ ਕਸਟਮਰ ਹੈ, ਉਹ ਇੱਕ ਉੱਦਾਂ ਦਾ ਕਸਟਮਰ ਬਣ ਜਾਂਦਾ ਕਿ ਜਿਹੜਾ ਕਿ ਸਾਨੂੰ ਪ੍ਰਮੋਟ ਕਰਦਾ ਹੈ। ਉਹ ਅਗਰ ਕਿਸੇ ਵਿਅਕਤੀ ਨੂੰ ਸਾਡੀ ਦੁਕਾਨ ਦੀ ਜਾਂ ਸਾਡੀ ਆਰਗੇਨਾਈਜੇਸ਼ਨ ਦੀ ਕੋਈ ਚੀਜ਼ ਪਸੰਦ ਆਏਗੀ, ਦੈਨ ਉਹ ਉਸ ਚੀਜ਼ ਨੂੰ ਪ੍ਰਮੋਟ ਜ਼ਰੂਰ ਕਰੇਗਾ ਕਿ ਹਾਂ ਮੈਂ ਫਲਾਣੇ ਬ੍ਰਾਂਡ ਦਾ ਜਾਂ ਫਲਾਨੀ ਜਗ੍ਹਾ ਤੋਂ ਲਈ ਹੋਈ ਚੀਜ਼ ਯੂਜ਼ ਕਰਦਾ ਹਾਂ, ਉਸ ਚੀਜ਼ ਦੇ ਨਾਲ ਮੈਨੂੰ ਫ਼ਰਕ ਪਿਆ ਹੈ। ਜਾਂ ਸਪੋਜ਼ ਕਰੋ ਕਿ ਉਸਨੇ ਕੋਈ ਵਧੀਆ ਡਰੈਸ ਲਈ ਸੀ, ਉਹ ਕਹਿੰਦੇ ਕਿ ਕਿਸੇ ਲੇਡੀ ਨੇ ਅੱਛੀ ਡਰੈਸ ਲਈ, ਤਾਂ ਉਹ ਕਹਿੰਦੇ ਕਿ ਮੈਂ ਇਹ ਡਰੈਸ ਫਲਾਨੀ ਦੁਕਾਨ ਤੋਂ ਲਈ ਹੈ, ਉਹਨਾਂ ਦਾ ਮਟੀਰੀਅਲ ਬਹੁਤ ਅੱਛਾ ਹੁੰਦਾ ਹੈ, ਉਹਨਾਂ ਦੇ ਕਦੀ ਵੀ ਕਿਸੇ ਚੀਜ਼ 'ਚ ਡਿਫੈਕਟ ਨਹੀਂ ਹੁੰਦਾ। ਸੋ ਇਹਦੇ ਨਾਲ ਕੀ ਹੈ, ਉਸਨੇ ਸਾਡੇ ਇੱਕ ਸੈਟਿਸਫਾਈਡ ਕਸਟਮਰ ਨੇ, ਇੱਕ ਸੈਟਿਸਫਾਈਡ ਕੰਜ਼ਿਊਮਰ ਨੇ ਸਾਡੀ ਦੁਕਾਨ ਦੀ ਪ੍ਰਮੋਸ਼ਨ ਕਰ ਦਿੱਤੀ, ਸਾਡੀ ਆਰਗੇਨਾਈਜੇਸ਼ਨ ਜਾਂ ਸਾਡੇ ਬ੍ਰਾਂਡ ਦੀ ਪ੍ਰਮੋਸ਼ਨ ਕਰ ਦਿੱਤੀ, ਅਤੇ ਉਸ ਦੇ ਨਾਲ ਕੀ ਹੈ ਕਿ ਜਿਹੜਾ ਸਾਡਾ ਕਸਟਮਰ ਬੇਸ ਹੈ ਉਹ ਹੋਰ ਜ਼ਿਆਦਾ ਵੱਧ ਗਿਆ।
ਹੁਣ ਅਸੀਂ ਗੱਲ ਕਰਾਂਗੇ ਆਇਡੈਂਟੀਫਾਈਂਗ ਕੰਜ਼ਿਊਮਰਸ ਜਾਂ ਕਸਟਮਰਸ ਨੀਡਸ ਐਂਡ ਬਿਹੇਵੀਅਰ। ਅਸੀਂ ਪਹਿਲਾਂ ਆਇਡੈਂਟੀਫਾਈ ਇਹ ਜਾਣਨਾ ਹੈ ਕਿ ਜਿਹੜਾ ਸਾਡਾ ਕਸਟਮਰ ਹੈ ਉਸਦੀ ਕੀ ਨੀਡ ਹੈ ਅਤੇ ਉਸਦਾ ਬਿਹੇਵੀਅਰ ਕੀ ਹੈ, ਉਹ ਕਿੱਦਾਂ ਦਾ ਵਤੀਰਾ ਰੱਖਦਾ ਹੈ। ਦ ਬਾਇੰਗ ਲੈਵਲ ਆਫ ਐਨੀ ਕਸਟਮਰ ਡਿਪੈਂਡਸ ਔਨ ਦੇਅਰ ਨੀਡਸ। ਕਹਿੰਦੇ ਕਿ ਕੋਈ ਵੀ ਕਸਟਮਰ ਹੈ ਉਸਦਾ ਜਿਹੜਾ ਬਾਇੰਗ ਲੈਵਲ ਹੈ ਉਸਦੀਆਂ ਜ਼ਰੂਰਤਾਂ 'ਤੇ ਨਿਰਭਰ ਕਰਦਾ ਹੈ। ਕਸਟਮਰ ਦੀਆਂ ਜ਼ਰੂਰਤਾਂ ਦੋ ਤਰ੍ਹਾਂ ਦੀਆਂ ਹੋ ਸਕਦੀਆਂ ਹਨ। ਕਸਟਮਰਸ ਨੀਡਸ ਕੈਨ ਬੀ ਓਬਜੈਕਟਿਵ, ਜਿਵੇਂ ਕਿ ਫਿਜ਼ੀਕਲ ਨੀਡਸ ਹੋ ਗਈਆਂ, ਰੋਟੀ, ਸ਼ੈਲਟਰ ਐਂਡ ਕਲੋਥਿੰਗ, ਔਰ ਸਬਜੈਕਟਿਵ, ਇਮੋਸ਼ਨਲ, ਮੋਰਲ, ਇੰਟਲੈਕਚੁਅਲ ਐਂਡ ਸਪਿਰਿਚੁਅਲ ਨੀਡਸ। ਸੋ ਕਸਟਮਰ ਆਪਣੀਆਂ ਨੀਡਸ ਨੂੰ ਸੈਟਿਸਫਾਈ ਕਰਨ ਦੇ ਲਈ ਮਾਰਕੀਟ ਦੇ ਵਿੱਚ ਹੀ ਆਉਂਦਾ ਹੈ। ਉਸਨੂੰ ਆਪਣੀਆਂ ਨੀਡਸ ਦੇ ਅਕੋਰਡਿੰਗ, ਆਪਣੀਆਂ ਰਿਕੁਆਇਰਮੈਂਟਸ ਦੇ ਅਕੋਰਡਿੰਗ ਆਪਣੇ ਪ੍ਰੋਡਕਟਸ ਚਾਹੀਦੇ ਹੁੰਦੇ ਆ। ਸੋ ਮਾਰਕੀਟ ਦੇ ਵਿੱਚ ਜਿਹੜੇ ਰਿਟੇਲਰਸ ਬੈਠੇ ਨੇ ਉਹ ਕਸਟਮਰ ਦੀਆਂ ਨੀਡਸ ਔਰ ਵਾਂਟਸ ਨੂੰ ਸੈਟਿਸਫਾਈ ਕਰਨ ਦੇ ਲਈ ਹੀ ਬੈਠੇ ਨੇ। ਕਸਟਮਰ ਨੀਡਸ ਵੇਰੀ ਵਿਦ ਪਲੇਸ ਐਂਡ ਏਜ ਗਰੁੱਪ। ਕਹਿੰਦੇ ਜਿਹੜੀਆਂ ਕਸਟਮਰ ਦੀਆਂ ਜ਼ਰੂਰਤਾਂ ਨੇ ਉਹ ਜਗ੍ਹਾ ਔਰ ਏਜ ਗਰੁੱਪ ਦੇ ਅਕੋਰਡਿੰਗ ਵੀ ਚੇਂਜ ਹੋ ਜਾਂਦੀਆਂ ਹਨ। ਅਗਰ ਕੋਈ ਵਿਅਕਤੀ, ਅਸੀਂ ਕਿਸੇ ਠੰਡੀ ਜਗ੍ਹਾ ਦੇ ਵਿੱਚ ਰਹਿੰਦੇ ਹਾਂ ਤਾਂ ਸਾਡੀਆਂ ਜਿਹੜੀਆਂ ਜ਼ਰੂਰਤਾਂ ਨੇ ਉਸ ਉੱਦਾਂ ਦੀਆਂ ਬਣ ਜਾਣਗੀਆਂ। ਅਗਰ ਅਸੀਂ ਕਿਸੇ ਗਰਮ ਇਲਾਕੇ ਦੇ ਵਿੱਚ ਰਹਿੰਦੇ ਹਾਂ ਤਾਂ ਸਾਡੀਆਂ ਜ਼ਰੂਰਤਾਂ ਉਸ ਤਰ੍ਹਾਂ ਦੀਆਂ ਬਣ ਜਾਣਗੀਆਂ। ਔਰ ਏਜ ਗਰੁੱਪ ਵੀ ਮੈਟਰ ਕਰਦਾ ਹੈ ਕਸਟਮਰ ਦੀ ਬਾਇੰਗ ਪੈਟਰਨ 'ਤੇ, ਕਿ ਛੋਟੀ ਏਜ ਦੇ ਬੱਚੇ ਕੀ ਲੈਣਾ ਚਾਹੁੰਦੇ ਹਨ, ਇੰਨੀ ਤੋਂ ਇੰਨੀ, ਟੀਨਏਜਰਸ ਕਿੱਦਾਂ ਦੀਆਂ ਚੀਜ਼ਾਂ ਪਸੰਦ ਕਰਦੇ ਨੇ, ਮਿਡਲ ਏਜ ਜਾਂ ਜਿਹੜੇ ਓਲਡ ਏਜ ਆ, ਹਰ ਇੱਕ ਦਾ ਜਿਹੜਾ ਬਾਇੰਗ ਪੈਟਰਨ ਆ ਅਲੱਗ ਹੋਏਗਾ, ਹਰ ਇੱਕ ਦੀਆਂ ਨੀਡਸ ਅਲੱਗ ਹੋਣਗੀਆਂ। ਸੋ ਆਪਣੀਆਂ ਨੀਡਸ ਦੇ ਅਕੋਰਡਿੰਗ ਹੀ ਉਹ ਆਪਣੀ ਪਰਚੇਜ਼ ਕਰਨਗੇ। ਕਸਟਮਰਸ ਨੀਡਸ ਆਰ ਦਾ ਸਟੈਪਿੰਗ ਸਟੋਨ ਟੂ ਆਲ ਮਾਡਰਨ ਮਾਰਕੀਟਿੰਗ ਕੰਸੈਪਟਸ। ਦ ਮਾਰਕੀਟਰ ਸ਼ੁੱਡ ਯੂਜ਼ ਆਲ ਦੇਅਰ ਐਫਰਟਸ ਐਂਡ ਸਟ੍ਰੈਟਜੀਜ਼ ਟੂ ਆਇਡੈਂਟੀਫਾਈ, ਐਮਫੇਸਾਈਜ਼ ਐਂਡ ਸੈਟਿਸਫਾਈ ਕਸਟਮਰ ਨੀਡਸ। ਕਹਿੰਦੇ ਕਿ ਜਿਹੜਾ ਕਸਟਮਰ ਦੀਆਂ ਨੀਡਸ ਆ ਉਹਨੂੰ ਆਇਡੈਂਟੀਫਾਈ ਕਰਨਾ ਇੱਕ ਸਟੈਪਿੰਗ ਸਟੋਨ ਹੈ, ਜਿਸ ਦੇ ਉੱਪਰ ਚੜ੍ਹ ਕੇ ਹੀ ਅਸੀਂ ਆਪਣੀਆਂ ਸਾਰੇ ਮਾਡਰਨ ਮਾਰਕੀਟਿੰਗ ਕੰਸੈਪਟਸ ਨੂੰ ਯੂਜ਼ ਕਰ ਸਕਦੇ ਹਾਂ। ਔਰ ਇਹਨਾਂ ਸਾਰੀਆਂ ਮਾਰਕੀਟਿੰਗ ਕੰਸੈਪਟਸ ਨੂੰ ਯੂਜ਼ ਕਰਕੇ ਜਿਹੜਾ ਇੱਕ ਮਾਰਕੀਟਰ ਆ, ਜਿਹੜਾ ਕਿ ਇੱਕ ਬਜ਼ਾਰੀਕਰਨ ਦੇ ਵਿੱਚ ਇੱਕ ਵਿਅਕਤੀ ਕੰਮ ਕਰਦਾ ਹੈ, ਉਹ ਆਪਣੇ ਐਫਰਟਸ ਅਤੇ ਔਰ ਸਟ੍ਰੈਟਜੀਜ਼ ਦੇ ਨਾਲ ਇਹ ਆਇਡੈਂਟੀਫਾਈ ਕਰ ਸਕਦਾ ਹੈ ਕਿ ਕਸਟਮਰ ਦੀ ਕੀ ਜ਼ਰੂਰਤ ਹੈ ਔਰ ਅਸੀਂ ਕਸਟਮਰ ਨੂੰ ਕਿਹੜੇ ਤਰੀਕੇ ਨਾਲ ਕਿੱਦਾਂ ਦੀ ਚੀਜ਼ ਪ੍ਰੋਵਾਈਡ ਕਰਕੇ ਉਸਨੂੰ ਸੈਟਿਸਫਾਈ ਕਰ ਸਕਦੇ ਹਾਂ। ਬੇਸਿਕ ਨੀਡਸ ਆਫ ਕਸਟਮਰ, ਕਿ ਕਸਟਮਰ ਦੀਆਂ ਬੇਸਿਕ ਨੀਡਸ ਕੀ ਹੈ ਜਦੋਂ ਅਸੀਂ ਗੱਲ ਕਰਦੇ ਹਾਂ। ਸਭ ਤੋਂ ਪਹਿਲੀ ਬੇਸਿਕ ਨੀਡ ਹੈ ਵਾਰਮ ਵੈਲਕਮ। ਜਿਹੜਾ ਵੀ ਕਸਟਮਰ ਹੈ ਕਿ ਜਿਹੜੀ ਕਿਸੇ ਵੀ ਸ਼ਾਪ ਦੇ ਵਿੱਚ ਜਾਂਦਾ ਹੈ ਜਾਂ ਕਿਸੇ ਵੀ ਜਗ੍ਹਾ ਤੋਂ ਖਰੀਦਦਾਰੀ ਕਰਨ ਲਈ ਜਾਂਦਾ ਹੈ ਤਾਂ ਉਹ ਹਮੇਸ਼ਾ ਚਾਹੁੰਦਾ ਹੈ ਕਿ ਉਸਦਾ ਇੱਕ ਨਿੱਘਾ ਸਵਾਗਤ ਕੀਤਾ ਜਾਏ, ਇੱਕ ਅੱਛੇ ਵਤੀਰੇ ਦੇ ਨਾਲ, ਮੁਸਕਰਾਹਟ ਦੇ ਨਾਲ, ਇੱਕ ਵਾਰਮ ਤਰੀਕੇ ਦੇ ਨਾਲ, ਉਸਦਾ ਆਦਰ ਸਤਿਕਾਰ ਦੇ ਨਾਲ ਉਸ ਸ਼ਾਪ ਦੇ ਵਿੱਚ ਸਵਾਗਤ ਕੀਤਾ ਜਾਵੇ। ਦੈਨ ਅੰਡਰਸਟੈਂਡਿੰਗ ਦਾ ਮਤਲਬ ਇਹ ਹੁੰਦਾ ਕਿ ਇਹ ਅੰਡਰਸਟੈਂਡ ਕਰਨਾ ਕਿ ਕਸਟਮਰ ਕੀ ਚਾਹੁੰਦਾ ਹੈ। ਅਸੀਂ ਕਦੇ ਵੀ ਕਸਟਮਰ 'ਤੇ ਆਪਣੀ ਦੁਕਾਨ ਦੀ ਚੀਜ਼ ਨੂੰ ਥੋਪਣਾ ਨਹੀਂ ਹੁੰਦਾ। ਅਸੀਂ ਕਸਟਮਰ ਦੀ ਨੀਡ ਨੂੰ ਅੰਡਰਸਟੈਂਡ ਕਰਕੇ ਫਿਰ ਅਸੀਂ ਦੇਖਣਾ, ਆਇਡੈਂਟੀਫਾਈ ਕਰਨਾ ਕਿ ਅਸੀਂ ਉਹਨੂੰ ਕਿਹੜੀ ਚੀਜ਼ ਸਾਡੀ ਦੁਕਾਨ ਦੇ ਵਿੱਚ ਅਵੇਲੇਬਲ ਹੈ, ਅਸੀਂ ਕਿਹੜੀ ਚੀਜ਼ ਉਹਨੂੰ ਵੇਚ ਸਕਦੇ ਹਾਂ ਅਤੇ ਕਿਹੜੀ ਚੀਜ਼ ਆਲਟਰਨੇਟਿਵ ਹੋ ਸਕਦੀ ਹੈ। ਅਸੀਂ ਪਹਿਲਾਂ ਉਹਦੀ ਚੀਜ਼ ਜ਼ਰੂਰਤ ਨੂੰ ਸਮਝਾਂਗੇ, ਫਿਰ ਅਸੀਂ ਆਲਟਰਨੇਟਿਵਲੀ ਅਸੀਂ ਉਹਨੂੰ ਉਹ ਚੀਜ਼ ਪ੍ਰੋਵਾਈਡ ਕਰਾਂਗੇ। ਫੇਅਰਨੈਸ ਦਾ ਮਤਲਬ ਹੁੰਦਾ ਕਿ ਬਿਲਕੁਲ ਆਪਣੇ ਜਿਹੜਾ ਕਸਟਮਰ ਆ ਉਹ ਇਹ ਚਾਹੁੰਦਾ ਹੈ ਕਿ ਮੇਰੇ ਨਾਲ ਮਤਲਬ ਬਿਲਕੁਲ ਸਹੀ ਫੇਅਰ ਤਰੀਕੇ ਦਾ ਹੀ ਉਹ ਹੋਵੇ, ਕਿ ਜੋ ਵੀ ਮੈਨੂੰ ਕੀਮਤ ਲਗਾਈ ਗਈ ਹੈ, ਜੋ ਵੀ ਕੁਆਲਿਟੀ ਮੈਨੂੰ ਪ੍ਰੋਵਾਈਡ ਕੀਤੀ ਗਈ ਹੈ ਉਹ ਬਿਲਕੁਲ ਫੇਅਰ ਹੋਵੇ, ਬਿਲਕੁਲ ਸਹੀ ਹੋਵੇ। ਔਰ ਮੈਨੂੰ ਜਿੱਦਾਂ ਕਹਿੰਦੇ ਕਿ ਕਸਟਮਰ ਇਹ ਨਹੀਂ ਚਾਹੁੰਦਾ ਕਿ ਪੈਸੇ ਦੇ ਮਾਮਲੇ ਵਿੱਚ ਉਹਨੂੰ ਲੁੱਟ ਲਿਆ ਜਾਵੇ, ਜਾਂ ਉਹਨੂੰ ਇਹ ਫੀਲ ਹੋਵੇ ਕਿ ਮੈਨੂੰ ਜ਼ਿਆਦਾ ਪੈਸੇ ਲੈ ਕੇ ਕੁਆਲਿਟੀ ਘੱਟ ਦੇ ਦਿੱਤੀ ਆ, ਜਾਂ ਆਮ ਬਾਜ਼ਾਰ ਦੇ ਨਾਲੋਂ ਮੈਨੂੰ ਜ਼ਿਆਦਾ ਮਹਿੰਗੀ ਚੀਜ਼ ਲਗਾ ਦਿੱਤੀ ਹੈ, ਜਾਂ ਮੈਨੂੰ ਕੁਆਂਟਿਟੀ ਘੱਟ ਦਿੱਤੀ ਗਈ ਹੈ। ਸੋ ਇਹ ਬਿਲਕੁਲ ਕਸਟਮਰ ਚਾਹੁੰਦਾ ਕਿ ਫੇਅਰ ਡੀਲ ਹੋਵੇ, ਕਿ ਜੋ ਵੀ ਉਹਨੇ ਜਿੰਨਾ ਅਮਾਊਂਟ ਉਹਨੇ ਪੈਸੇ ਦਾ ਜਿੰਨਾ ਅਮਾਊਂਟ ਉਹਨੇ ਸਪੈਂਡ ਕੀਤਾ ਹੈ ਉਹਨੂੰ ਉਹਦੇ ਇਕੁਵਲੈਂਟ ਸੈਟਿਸਫੈਕਸ਼ਨ ਫੀਲ ਹੋਵੇ ਕਿ ਹਾਂ, ਅਗਰ ਮੈਂ ਇੰਨੇ ਦੀ ਕੋਈ ਚੀਜ਼ ਖਰੀਦੀ ਹੈ ਤਾਂ ਮੈਂ ਸੈਟਿਸਫਾਈਡ ਹਾਂ ਇੰਨਾ ਪੈਸਾ ਖਰਚ ਕੇ। ਫਿਰ ਕੰਟਰੋਲ, ਕਸਟਮਰ ਇਹ ਚਾਹੁੰਦਾ ਹੈ ਕਿ ਉਹਦਾ ਕੰਟਰੋਲ ਹੋਵੇ। ਕਸਟਮਰ ਕਦੀ ਵੀ ਇਹ ਨਹੀਂ ਚਾਹੁੰਦਾ ਕਿ ਉਹਨੂੰ ਕੰਟਰੋਲ ਕੀਤਾ ਜਾਵੇ। ਕਸਟਮਰ ਚਾਹੁੰਦਾ ਹੈ ਕਿ ਜੋ ਉਹ ਸੋਚ ਕੇ ਆਇਆ ਹੈ, ਜੋ ਉਹ ਲੈਣਾ ਚਾਹੁੰਦਾ ਹੈ, ਉਹ ਚੀਜ਼ ਉਹਨੂੰ ਦਿਖਾਈ ਜਾਵੇ। ਅਗਰ ਕਸਟਮਰ ਕੋਈ ਪਰਟੀਕੁਲਰ ਚੀਜ਼ ਦੀ ਡਿਮਾਂਡ ਕਰ ਰਿਹਾ ਹੈ ਤਾਂ ਅਸੀਂ ਕਸਟਮਰ ਨੂੰ ਮੋਲਡ ਨਹੀਂ ਕਰ ਸਕਦੇ, ਅਸੀਂ ਕਸਟਮਰ ਨੂੰ ਆਪਣੇ ਮੁਤਾਬਿਕ ਕੰਟਰੋਲ ਨਹੀਂ ਕਰ ਸਕਦੇ। ਸਾਨੂੰ ਕਸਟਮਰ ਦੇ ਅਕੋਰਡਿੰਗ ਹੀ ਚੱਲਣਾ ਪਏਗਾ। ਅਸੀਂ ਕਸਟਮਰ ਨੂੰ ਹੌਲੀ ਹੌਲੀ ਉਹਨਾਂ ਨਾਲ ਗੱਲ ਕਰਕੇ ਉਹਨੂੰ ਮੋਲਡ ਜ਼ਰੂਰ ਕਰ ਸਕਦੇ ਹਾਂ, ਬਟ ਅਸੀਂ ਕਦੀ ਵੀ ਕਸਟਮਰ ਨੂੰ ਕੰਟਰੋਲ ਨਹੀਂ ਕਰ ਸਕਦੇ, ਕਿਉਂਕਿ ਅਗਰ ਅਸੀਂ ਕਸਟਮਰ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਉਹ ਸਾਡੀ ਦੁਕਾਨ ਤੋਂ ਛੁੱਟ ਕੇ ਕਿਸੇ ਹੋਰ ਜਗ੍ਹਾ 'ਤੇ ਜਾਣਾ ਪਸੰਦ ਕਰੇਗਾ। ਫਿਰ ਉਹਦੀ ਨੈਕਸਟ ਨੀਡ ਕੀ ਹੈ? ਆਪਸ਼ਨਸ ਐਂਡ ਆਲਟਰਨੇਟਿਵਸ। ਜਿਹੜਾ ਕਸਟਮਰ ਹੈ ਉਹ ਹਮੇਸ਼ਾ ਚਾਹੁੰਦਾ ਹੈ ਕਿ ਉਹਦੇ ਕੋਲ ਕੋਈ ਵੀ ਚੀਜ਼ ਉਹ ਖਰੀਦਣ ਗਿਆ ਹੈ ਉਹਦੇ ਕੋਲ ਉਹਦੀਆਂ ਬਹੁਤ ਸਾਰੀਆਂ ਆਪਸ਼ਨਸ ਹੋਣ। ਆਪਸ਼ਨਸ ਕਿਉਂ ਚਾਹੁੰਦਾ ਹੈ? ਆਪਸ਼ਨਸ ਐਂਡ ਅਲਟਰਨੇਟਿਵਸ ਇੱਕ ਕਸਟਮਰ ਇਸ ਲਈ ਚਾਹੁੰਦਾ ਹੈ ਤਾਂ ਕਿ ਕਸਟਮਰ ਨੂੰ ਇਹ ਨਾ ਹੋਵੇ ਕਿ ਕਸਟਮਰ ਕਹਿੰਦਾ ਕਿ ਮੈਨੂੰ
ਅਗਰ ਇੱਕ ਕਸਟਮਰ ਕੋਈ ਚੀਜ਼ ਆਪਣੀ ਨੀਡ ਦੇ ਨਾਲ ਵੀ ਲੈਣ ਆਇਆ ਬਟ ਸਟਿਲ ਉਹ ਇਹ ਚਾਹੁੰਦਾ ਹੈ ਕਿ ਉਹਨੇ ਜੋ ਅਮਾਊਂਟ ਸਪੈਂਡ ਕਰਨਾ ਹੈ ਉਹ ਜੈਨੂਅਨ ਹੋਵੇ। ਸੋ ਜਦੋਂ ਅਸੀਂ ਕਸਟਮਰ ਕੋਲ ਬਹੁਤ ਸਾਰੀਆਂ ਆਪਸ਼ਨਸ ਔਰ ਆਲਟਰਨੇਟਿਵਸ ਦਿੰਦੇ ਹਾਂ ਤਾਂ ਕਸਟਮਰ ਅਲੱਗ-ਅਲੱਗ ਕੁਆਲਿਟੀ, ਅਲੱਗ-ਅਲੱਗ ਕੁਆਂਟਿਟੀ ਔਰ ਅਲੱਗ-ਅਲੱਗ ਪ੍ਰਾਈਸ ਲਿਸਟ ਦੇ ਅਕੋਰਡਿੰਗ ਆਪਣੀ ਚੀਜ਼ ਨੂੰ ਚੂਜ਼ ਕਰ ਸਕਦਾ ਹੈ ਔਰ ਇੱਦਾਂ ਦੀ ਖਰੀਦਦਾਰੀ ਕਰਕੇ ਕਸਟਮਰ ਸੈਟਿਸਫਾਈਡ ਫੀਲ ਕਰਦਾ ਹੈ। ਹੁਣ ਅਸੀਂ ਗੱਲ ਕਰਾਂਗੇ ਟੂ ਆਇਡੈਂਟੀਫਾਈ ਦਾ ਕਸਟਮਰ ਨੀਡਸ ਦ ਰਿਟੇਲਰ ਮਸਟ ਡੂ ਥੀਸ 3 ਥਿੰਗਸ। ਕਹਿੰਦੇ ਕਿ ਜਿਹੜਾ ਰਿਟੇਲਰ ਹੈ ਜਾਂ ਪਰਚੂਨਕਾਰ ਹੈ ਉਹਨੂੰ ਕਸਟਮਰ ਜਾਂ ਕੰਜ਼ਿਊਮਰ ਦੀਆਂ ਨੀਡਸ ਨੂੰ ਆਇਡੈਂਟੀਫਾਈ ਜਾਣਨ ਦੇ ਲਈ ਇਹ ਚੀਜ਼ਾਂ ਕਰਨੀਆਂ ਚਾਹੀਦੀਆਂ ਹਨ। ਸਭ ਤੋਂ ਪਹਿਲਾਂ ਕਮਿਊਨੀਕੇਟ ਇਫੈਕਟਿਵਲੀ ਵਿਦ ਦਾ ਕਸਟਮਰਸ ਐਂਡ ਸੈਟਿਸਫਾਈ ਦੇਅਰ ਨੀਡਸ। ਉਸਨੂੰ ਚਾਹੀਦਾ ਹੈ ਕਿ ਜਿਹੜੇ ਆਪਣੇ ਕਸਟਮਰਸ ਆ ਉਹਨਾਂ ਨਾਲ ਇਫੈਕਟਿਵ ਤਰੀਕੇ ਨਾਲ ਗੱਲ ਕਰੇ ਔਰ ਉਹਨਾਂ ਦੀਆਂ ਨੀਡਸ ਨੂੰ ਸੈਟਿਸਫਾਈ ਕਰੇ। ਲੁੱਕ ਫॉर ਡਿਫਰੈਂਟ ਵੇਜ਼ ਟੂ ਰਿਕਾਰਡ ਕਸਟਮਰ ਫੀਡਬੈਕ। ਉਹਨੂੰ ਚਾਹੀਦਾ ਹੈ ਕਿ ਉਹ ਅਲੱਗ-ਅਲੱਗ ਤਰੀਕਿਆਂ ਦੇ ਨਾਲ ਕਸਟਮਰ ਦੀ ਫੀਡਬੈਕ ਨੂੰ ਰਿਕਾਰਡ ਕਰਕੇ ਰੱਖੇ, ਆਪਣੇ ਕੋਲ ਇੱਕ ਰਿਕਾਰਡ ਮੇਨਟੇਨ ਕਰਕੇ ਰੱਖੇ ਤਾਂ ਕਿ ਉਹ ਨੈਕਸਟ ਟਾਈਮ ਦੇ ਲਈ ਆਪਣੇ ਹੋਰ ਕਸਟਮਰਸ ਦੀਆਂ ਨੀਡਸ ਨੂੰ ਸਮਝ ਸਕੇ, ਕਿਉਂਕਿ ਜਿੱਦਾਂ ਦੀ ਉਹਨੂੰ ਫੀਡਬੈਕ ਮਿਲੇਗੀ ਉਹਦੇ ਨਾਲ ਫੀਡਬੈਕ ਦੇ ਨਾਲ ਤੁਹਾਨੂੰ ਹਮੇਸ਼ਾ ਹੀ ਆਪਣੀ ਇੰਪਰੂਵਮੈਂਟ ਦਾ ਇੱਕ ਚਾਂਸ ਮਿਲਦਾ ਹੈ। ਸੋ ਕਸਟਮਰ ਦੀ ਫੀਡਬੈਕ ਨੂੰ ਹਮੇਸ਼ਾ ਰਿਕਾਰਡ ਦੇ ਵਿੱਚ ਰੱਖੋ। ਇਫੈਕਟਿਵ ਯੂਜ਼ ਆਫ ਫੀਡਬੈਕ ਐਂਡ ਅਦਰ ਇਨਫੋਰਮੇਸ਼ਨ ਟੂ ਟੇਕ ਇਫੈਕਟਿਵ ਡਿਸੀਜ਼ਨ ਰਿਗਾਰਡਿੰਗ ਮਾਰਕੀਟਿੰਗ, ਬਾਇੰਗ ਐਂਡ ਮਰਚੈਂਡਾਈਜ਼ਿੰਗ ਐਂਡ ਸੈਲਿੰਗ। ਸੋ ਕਹਿੰਦੇ ਕਿ ਜੋ ਵੀ ਫੀਡਬੈਕ ਲਈ ਹੈ ਕਸਟਮਰ ਤੋਂ ਉਹਨੂੰ ਇਫੈਕਟਿਵ ਤਰੀਕੇ ਨਾਲ ਯੂਜ਼ ਕਰਕੇ ਮਾਰਕੀਟਿੰਗ, ਬਾਇੰਗ ਐਂਡ ਮਰਚੈਂਡਾਈਜ਼ਿੰਗ ਹਰ ਇੱਕ ਤਰੀਕੇ ਦੀਆਂ ਜਿਹੜੀਆਂ ਸਟ੍ਰੈਟਜੀਜ਼ ਆ ਉਹਨੂੰ ਬਣਾਓ ਤਾਂ ਕਿ ਜਿਹੜੀ ਤੁਹਾਡੀ ਕਸਟਮਰ ਸਰਵਿਸ ਆ ਹੋਰ ਜ਼ਿਆਦਾ ਵਧੀਆ ਹੋ ਸਕੇ। ਕਸਟਮਰ ਸਰਵਿਸ ਰਿਪਰੈਜ਼ੈਂਟੇਟਿਵ CSR ਜਿਸ ਨੂੰ ਅਸੀਂ ਕਹਿੰਦੇ ਹਾਂ ਕਿ ਇਹਨਾਂ ਨੂੰ ਅਸੀਂ ਏਜੰਟਸ ਵੀ ਕਹਿ ਦਿੰਦੇ ਹਾਂ। ਕਸਟਮਰ ਸਰਵਿਸ ਰਿਪਰੈਜ਼ੈਂਟੇਟਿਵ ਉਹ ਬੰਦੇ ਹੁੰਦੇ ਹਨ ਜਿਹੜੇ ਕਿ ਕਸਟਮਰ ਨੂੰ ਸੈਟਿਸਫਾਈ ਕਰਦੇ ਹਨ ਆਪਣੇ ਵਰਕ ਦੇ ਥਰੂ। ਦੇਅਰ ਆਰ ਮੈਨੀ EMPLOYEES ਇਨ ਦਾ ਰਿਟੇਲ ਆਰਗੇਨਾਈਜੇਸ਼ਨ ਹੂ ਮੇਨਲੀ ਵਰਕ ਫॉर ਕਸਟਮਰ ਸੈਟਿਸਫੈਕਸ਼ਨ ਕਾਲਡ ਕਸਟਮਰ ਸਰਵਿਸ ਰਿਪਰੈਜ਼ੈਂਟੇਟਿਵ। ਜਿਵੇਂ ਕਿ ਤੁਸੀਂ ਕਾਲ ਸੈਂਟਰਸ ਦੇ ਵਿੱਚ ਜਾਂ ਸਰਵਿਸ ਸੈਂਟਰਸ ਦੇ ਵਿੱਚ ਤੁਸੀਂ ਕਾਲ ਕਰਦੇ ਹੋ, ਉੱਥੇ ਜਿਹੜੇ ਐਗਜ਼ੀਕਿਊਟਿਵਸ ਹੁੰਦੇ ਨੇ ਉਹ ਤੁਹਾਨੂੰ ਸਰਵਿਸ ਪ੍ਰੋਵਾਈਡ ਕਰਨ ਦੇ ਲਈ ਹੁੰਦੇ ਹਨ। ਅਗਰ ਕਿਸੇ ਵੀ ਕਸਟਮਰ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ, ਕੋਈ ਗਰੀਵੈਂਸ ਹੈ, ਕੋਈ ਉਸ ਤੋਂ ਪ੍ਰੋਡਕਟ ਦੇ ਵਿੱਚ ਕੋਈ ਦਿੱਕਤ ਹੈ, ਸੋ ਉਹ ਜਿਹੜੇ ਕਸਟਮਰ ਸਰਵਿਸ ਰਿਪਰੈਜ਼ੈਂਟੇਟਿਵਸ ਇਸ ਚੀਜ਼ ਦੇ ਲਈ ਹੀ ਇੱਕ ਆਰਗੇਨਾਈਜੇਸ਼ਨ ਦੇ ਵਿੱਚ ਵਰਕ ਕਰਦੇ ਹਨ ਕਿ ਉਹ ਕਸਟਮਰਸ ਨੂੰ ਸੈਟਿਸਫਾਈ ਕਰ ਸਕਣ ਆਪਣੇ ਵਰਕ ਦੇ ਥਰੂ ਔਰ ਆਪਣੀ ਨੌਲੇਜ ਦੇ ਥਰੂ। In every stage of the buying process in a retail organization, they provide the customer service before, during and after the purchase. ਜਿਹੜੇ ਕਸਟਮਰ ਸਰਵਿਸ ਰਿਪਰੈਜ਼ੈਂਟੇਟਿਵ ਨੇ ਉਹ ਪ੍ਰੋਡਕਟ ਕਿਸੇ ਵੀ ਜਦੋਂ ਵਿਅਕਤੀ ਕੋਈ ਪ੍ਰੋਡਕਟ ਖਰੀਦਦਾ ਹੈ ਉਸਨੂੰ ਪ੍ਰੋਡਕਟ ਖਰੀਦਣ ਤੋਂ ਪਹਿਲਾਂ, ਖਰੀਦਣ ਦੌਰਾਨ ਅਤੇ ਖਰੀਦਣ ਤੋਂ ਬਾਅਦ ਉਸਨੂੰ ਇੱਦਾਂ ਦੀ ਸਰਵਿਸ ਪ੍ਰੋਵਾਈਡ ਕਰਦੇ ਹਨ ਜਿਸ ਦੇ ਨਾਲ ਕਿ ਉਹਨੂੰ ਕੋਈ ਵੀ ਅਗਰ ਕੋਈ ਗਰੀਵੈਂਸ ਹੋਵੇ ਜਾਂ ਕੋਈ ਵੀ ਪ੍ਰੋਬਲਮ ਹੋਵੇ ਤਾਂ ਉਹਦੀ ਉਹ ਪ੍ਰੋਬਲਮ ਦਾ ਸੋਲਿਊਸ਼ਨ ਹੋ ਸਕੇ। ਸੋ ਜਿਹੜੇ ਕਸਟਮਰ ਸਰਵਿਸ ਰਿਪਰੈਜ਼ੈਂਟੇਟਿਵਸ ਆ ਉਹਨਾਂ ਦਾ ਮੇਨ ਕੰਮ ਹੀ ਇਹ ਹੈ ਕਿ ਉਹਨਾਂ ਨੇ ਆਪਣੇ ਕਸਟਮਰ ਨੂੰ ਸੈਟਿਸਫਾਈ ਕਰਨਾ ਹੈ ਔਰ ਉਸਨੂੰ ਜੋ ਵੀ ਉਹ ਪ੍ਰੋਡਕਟ ਖਰੀਦ ਰਿਹਾ ਹੈ ਉਹਦੇ ਬਾਰੇ ਪ੍ਰੋਪਰ ਇਨਫੋਰਮੇਸ਼ਨ ਦੇਣੀ ਹੈ। ਰੋਲ ਆਫ ਕਸਟਮਰ ਸਰਵਿਸ ਇਨ ਰਿਟੇਲ। ਜਿਹੜੀ ਕਸਟਮਰ ਸਰਵਿਸ ਹੈ ਉਹ ਰਿਟੇਲ ਦੇ ਵਿੱਚ ਬਹੁਤ ਹੀ ਇੰਪੋਰਟੈਂਟ ਰੋਲ ਪਲੇ ਕਰਦੀ ਹੈ। ਅ ਸਕਸੈਸਫੁਲ ਐਂਡ ਇਫੈਕਟਿਵ ਕਸਟਮਰ ਸਰਵਿਸ ਰਿਜ਼ਲਟ ਇਨ ਇਨਕਰੀਜ਼ ਆਫ ਕਸਟਮਰਸ ਵੈਲਿਊ ਫॉर ਦਾ ਸਰਵਿਸ। ਜਿਹੜੀ ਸਾਡੀ ਸਕਸੈਸਫੁਲ ਅਤੇ ਇਫੈਕਟਿਵ ਕਸਟਮਰ ਸਰਵਿਸ ਹੈ ਉਹਦਾ ਨਤੀਜਾ ਕੀ ਹੁੰਦਾ ਹੈ ਕਿ ਇਸ ਦੇ ਨਾਲ ਕਿ ਜਿਹੜੀ ਕਸਟਮਰ ਦੀ ਵੈਲਿਊ ਹੈ ਉਹ ਸਾਡੇ ਸਟੋਰ ਦੇ ਵਿੱਚ ਇਨਕਰੀਜ਼ ਹੁੰਦੀ ਹੈ। ਅ ਗੁੱਡ ਕਸਟਮਰ ਸਰਵਿਸ ਸ਼ੁੱਡ ਫੋਕਸ ਔਨ ਬਿਲਡਿੰਗ ਅ ਡਾਇਨਾਮਿਕ ਰਿਲੇਸ਼ਨਸ਼ਿਪ ਵਿਦ ਦਾ ਕਸਟਮਰ। ਜਿਹੜੀ ਇੱਕ ਚੰਗੀ ਕਸਟਮਰ ਸਰਵਿਸ ਹੈ ਉਹਨੂੰ ਕਿਹੜੀਆਂ ਚੀਜ਼ਾਂ 'ਤੇ ਫੋਕਸ ਕਰਨਾ ਚਾਹੀਦਾ ਹੈ ਕਿ ਆਪਣੇ ਜਿਹੜਾ ਗਾਹਕ ਹੈ ਪਰਚੂਨਕਾਰ ਨੂੰ ਆਪਣੇ ਗਾਹਕ ਦੇ ਨਾਲ ਇੱਕ ਬਹੁਤ ਹੀ ਅੱਛਾ ਡਾਇਨਾਮਿਕ ਰਿਲੇਸ਼ਨਸ਼ਿਪ ਬਣਾ ਕੇ ਰੱਖਣਾ ਚਾਹੀਦਾ ਹੈ। ਮੇਕਿੰਗ ਕਸਟਮਰ ਸਰਵਿਸ ਅ ਕੀ ਐਲੀਮੈਂਟ ਟੂ ਬਿਲਡ ਕਸਟਮਰ ਲੋਇਲਟੀ। ਉਹਨੂੰ ਕਸਟਮਰ ਦੀ ਲੋਇਲਟੀ ਨੂੰ ਬਿਲਡਅਪ ਕਰਨ ਦੇ ਲਈ ਕਸਟਮਰ ਸਰਵਿਸ ਨੂੰ ਯੂਜ਼ ਕਰਨਾ ਚਾਹੀਦਾ ਹੈ ਕਿ ਵੱਧ ਤੋਂ ਵੱਧ ਕਸਟਮਰ ਸਰਵਿਸ ਪ੍ਰੋਵਾਈਡ ਕਰਨੀ ਚਾਹੀਦੀ ਹੈ ਜਿਸ ਦੇ ਨਾਲ ਕਿ ਜਿਹੜਾ ਸਾਡਾ ਕਸਟਮਰ ਹੈ ਸਾਡੇ ਨਾਲ ਜੁੜਿਆ ਰਹੇ ਔਰ ਸਾਡੇ ਲਈ ਲੋਇਲ ਰਹੇ। ਬਿਲਡਿੰਗ ਕੰਪੀਟੀਟਿਵ ਐਡਵਾਂਟੇਜ ਕਿ ਜਦੋਂ ਅਸੀਂ ਆਪਣੇ ਕਸਟਮਰ ਨੂੰ ਵਧੀਆ ਸਰਵਿਸ ਦੇਵਾਂਗੇ, ਉਹਦੇ ਕਸਟਮਰ ਸਰਵਿਸ 'ਤੇ ਫੋਕਸ ਕਰਾਂਗੇ, ਉਸ ਦੇ ਨਾਲ ਕੀ ਹੋਏਗਾ ਜਿਹੜਾ ਸਾਡਾ ਕੰਪੀਟੀਸ਼ਨ ਮਾਰਕੀਟ ਦੇ ਵਿੱਚ ਆ ਸਾਡਾ ਨਾਮ ਉੱਪਰ ਬਣੇਗਾ। ਕਿਉਂਕਿ ਜਿਹੜੀ ਕਸਟਮਰ ਸਰਵਿਸ ਹੈ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਮੋਬਾਈਲ ਇੰਟਰਨੈਟ ਦੇ ਜ਼ਮਾਨੇ ਦੇ ਵਿੱਚ ਹਰ ਕੋਈ ਚਾਹੁੰਦਾ ਹੈ ਕਿ ਮੈਨੂੰ ਪ੍ਰੋਂਪਟ ਸਰਵਿਸ ਮਿਲੇ। ਅਗਰ ਤੁਹਾਨੂੰ ਕਿਸੇ ਵੀ ਸਰਵਿਸ ਪ੍ਰੋਵਾਈਡਰ ਤੋਂ ਈਜ਼ੀਲੀ ਔਰ ਜਲਦੀ ਸਰਵਿਸ ਨਹੀਂ ਮਿਲਦੀ ਤਾਂ ਹਰ ਇੱਕ ਪਰਸਨ ਉਸ ਤੋਂ ਸਵਿਚ ਹੋ ਜਾਂਦਾ ਹੈ। ਕੋਈ ਵੀ ਕਸਟਮਰ ਹੈ ਉਸ ਪ੍ਰੋਡਕਟ ਦੇ ਨਾਲ ਲਿੰਕਡ ਹੋਣਾ ਨਹੀਂ ਪਸੰਦ ਕਰੇਗਾ ਜਿੱਥੇ ਕਿ ਉਹਨੂੰ ਪ੍ਰੋਪਰ ਸਰਵਿਸ ਨਹੀਂ ਮਿਲਦੀ ਜਦੋਂ ਉਹਨੂੰ ਲੋੜ ਹੋਵੇ। ਸੋ ਕੰਪੀਟੀਸ਼ਨ ਦੇ ਐਨਵਾਇਰਨਮੈਂਟ ਦੇ ਵਿੱਚ ਐਡਵਾਂਟੇਜ ਲੈਣ ਦੇ ਲਈ ਇੱਕ ਅੱਛੀ ਕਸਟਮਰ ਸਰਵਿਸ 'ਤੇ ਸਾਨੂੰ ਫੋਕਸ ਕਰਨਾ ਚਾਹੀਦਾ ਹੈ। ਐਲੀਮੈਂਟਸ ਆਫ ਕਸਟਮਰ ਸਰਵਿਸ। ਕਸਟਮਰ ਸਰਵਿਸ ਦੇ ਕਿਹੜੇ ਐਲੀਮੈਂਟਸ ਹੁੰਦੇ।
ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਕਮਿਊਨੀਕੇਸ਼ਨ ਸਕਿੱਲਸ ਦੀ। ਕਮਿਊਨੀਕੇਸ਼ਨ ਸਕਿੱਲਸ ਦਾ ਮਤਲਬ ਹੁੰਦਾ ਹੈ ਗੱਲਬਾਤ ਕਰਨ ਦਾ ਤਰੀਕਾ। ਸੋ ਤੁਹਾਡੀਆਂ ਕਮਿਊਨੀਕੇਸ਼ਨ ਸਕਿੱਲਸ ਆ ਬਹੁਤ ਅੱਛੀਆਂ ਹੋਣੀਆਂ ਚਾਹੀਦੀਆਂ। ਤੁਹਾਨੂੰ ਆਦਰ ਸਤਿਕਾਰ ਦੇ ਨਾਲ ਸਹੀ ਤਰੀਕੇ ਦੇ ਨਾਲ ਗੱਲ ਕਰਨੀ ਆਉਣੀ ਚਾਹੀਦੀ ਹੈ, ਕਿਉਂਕਿ ਤੁਹਾਡਾ ਕਸਟਮਰ ਕਿਸੇ ਵੀ ਏਜ ਗਰੁੱਪ ਦਾ ਹੋ ਸਕਦਾ ਹੈ, ਕਿਸੇ ਵੀ ਜੋਬ ਗਰੁੱਪ ਦਾ ਹੋ ਸਕਦਾ ਹੈ। ਸੋ ਤੁਹਾਨੂੰ ਉਸਨੂੰ ਪ੍ਰੋਪਰ ਰਿਸਪੈਕਟ ਏਜ ਗਰੁੱਪ ਦੇ ਅਕੋਰਡਿੰਗ, ਤੁਸੀਂ ਛੋਟੇ ਵੱਡੇ ਮਿਡਲ ਏਜ ਦੇ ਨਾਲ ਕਿਵੇਂ ਗੱਲ ਕਰਨੀ ਹੈ, ਸੋ ਤੁਹਾਨੂੰ ਇਹ ਸਾਰਾ ਕੁਝ ਆਉਣਾ ਚਾਹੀਦਾ ਹੈ। ਇਫੈਕਟਿਵ ਫੇਸ ਟੂ ਫੇਸ ਇੰਟਰੈਕਸ਼ਨ ਵਿਦ ਦ ਕਸਟਮਰਸ। ਤੁਹਾਨੂੰ ਅਗਰ ਕਿਸੇ ਕਸਟਮਰ ਦੇ ਨਾਲ ਤੁਸੀਂ ਸਹੀ ਤਰੀਕੇ ਨਾਲ ਗੱਲ ਕਰਨ ਦਾ ਤਰੀਕਾ ਉਹੀ ਹੁੰਦਾ ਹੈ ਕਿ ਜਦੋਂ ਅਸੀਂ ਉਹਦੇ ਨਾਲ ਫੇਸ ਟੂ ਫੇਸ ਇੰਟਰੈਕਟ ਕਰਦੇ ਹਾਂ, ਉਹਦੇ ਨਾਲ ਫੇਸ ਟੂ ਫੇਸ ਗੱਲ ਕਰਦੇ ਹਾਂ, ਉਹਦੇ ਨਾਲ ਕੀ ਕਸਟਮਰ ਨੂੰ ਇਹ ਫੀਲ ਹੁੰਦਾ ਹੈ ਕਿ ਸਾਨੂੰ ਅਟੈਂਸ਼ਨ ਦਿੱਤੀ ਗਈ ਹੈ। ਅਗਰ ਤੁਸੀਂ ਕਸਟਮਰ ਦੇ ਨਾਲ ਸਹੀ ਤਰੀਕੇ ਨਾਲ ਇੰਟਰੈਕਟ ਨਹੀਂ ਕਰੋਗੇ ਤਾਂ ਉਹਨੂੰ ਕਸਟਮਰ ਨੂੰ ਫੀਲ ਹੋਏਗਾ ਕਿ ਉਸਨੂੰ ਇਗਨੋਰ ਕੀਤਾ ਗਿਆ ਹੈ। ਦ ਆਰਟ ਆਫ ਲਿਸਨਿੰਗ ਟੂ ਕਸਟਮਰਸ। ਕਸਟਮਰ ਨੂੰ ਸੁਣਨਾ ਵੀ ਇੱਕ ਆਰਟ ਹੈ ਕਿ ਚਾਹੇ ਕਸਟਮਰ ਆਪਣੀ ਕੋਈ ਪਸੰਦ ਦੱਸ ਰਿਹਾ, ਆਪਣੀ ਕੋਈ ਚੀਜ਼ ਨੂੰ ਅੰਡਰਸਟੈਂਡ ਕਰਵਾ ਰਿਹਾ ਜਾਂ ਕੋਈ ਆਪਣੀ ਸ਼ਿਕਾਇਤ ਲਗਾ ਰਿਹਾ, ਸੋ ਉਸ ਚੀਜ਼ ਨੂੰ ਸੁਣਨਾ ਇਹ ਵੀ ਇੱਕ ਤਰ੍ਹਾਂ ਦੀ ਕਲਾ ਹੈ। ਸਾਨੂੰ ਉਹਨੂੰ ਧਿਆਨ ਨਾਲ ਸੁਣਨਾ ਚਾਹੀਦਾ ਹੈ, ਤਾਂ ਹੀ ਅਸੀਂ ਅੰਡਰਸਟੈਂਡ ਕਰਾਂਗੇ ਕਿ ਹੁਣ ਅਸੀਂ ਇਸ ਦਾ ਸੋਲਿਊਸ਼ਨ ਕੀ ਦੇਣਾ ਹੈ। ਹੈਂਡਲਿੰਗ ਕਸਟਮਰ ਗ੍ਰੀਵੈਂਸਿਸ ਸਮੂਥਲੀ। ਗ੍ਰੀਵੈਂਸ ਦਾ ਮਤਲਬ ਹੁੰਦਾ ਹੈ ਕਿ ਕੋਈ ਵੀ ਕਸਟਮਰ ਨੂੰ ਕੋਈ ਪ੍ਰੋਬਲਮ ਹੈ, ਉਹਨੂੰ ਸਮੂਥਲੀ ਹੈਂਡਲ ਕਰਨਾ। ਅਗਰ ਅਸੀਂ ਕਸਟਮਰ ਦੀ ਪ੍ਰੋਬਲਮ ਨੂੰ ਸਮੂਥਲੀ ਹੈਂਡਲ ਨਹੀਂ ਕਰਾਂਗੇ ਤਾਂ ਜਿਹੜਾ ਕਸਟਮਰ ਹੈ ਉਹ ਸਾਡੇ ਤੋਂ ਦੂਰ ਜਾ ਸਕਦਾ ਹੈ। ਸੋ ਬੈਟਰ ਆ ਕਿ ਕਸਟਮਰ ਦੀ ਗੱਲ ਨੂੰ ਸਹੀ ਤਰ੍ਹਾਂ ਸੁਣ ਕੇ ਉਹਨੂੰ ਅੰਡਰਸਟੈਂਡ ਕਰੋ, ਜੋ ਵੀ ਉਹਨੂੰ ਪ੍ਰੋਬਲਮ ਹੈ ਉਹਦਾ ਇੱਕ ਅੱਛਾ ਰੈਜ਼ੋਲੂਸ਼ਨ ਦਿਓ ਉਹਨੂੰ। ਅਡੋਪਟਿੰਗ ਅ ਨਿਊ ਡਿਫਰੈਂਟ ਪਰਸਪੈਕਟਿਵ, ਕਿ ਅਲੱਗ-ਅਲੱਗ ਤਰੀਕੇ ਦੇ ਨਾਲ ਇੱਕ ਨਵਾਂ ਪਰਸਪੈਕਟਿਵ ਅਡੋਪਟ ਕਰਨਾ, ਕਿ ਹਰ ਇੱਕ ਕਸਟਮਰ ਹੈ ਉਹਦੀ ਅਲੱਗ-ਅਲੱਗ ਤਰੀਕੇ ਦੀ ਪ੍ਰੋਬਲਮ ਹੋ ਸਕਦੀ ਹੈ। ਸਪੋਜ਼ ਕਰੋ 10 ਕਸਟਮਰਸ ਹੈ, ਸੋ ਉਹਨਾਂ ਨਾਲ ਡੀਲ ਕਰਨ ਦਾ ਅਲੱਗ-ਅਲੱਗ ਤਰੀਕਾ ਹੋਏਗਾ। ਤੁਸੀਂ ਸੇਮ ਤਰੀਕੇ ਨਾਲ ਹਰ ਇੱਕ ਨਾਲ ਡੀਲ ਨਹੀਂ ਕਰ ਸਕੋਗੇ। ਸੋ ਉਹਦੇ ਲਈ ਇੱਕ ਨਿਊ ਪਰਸਪੈਕਟਿਵ ਦੇਖੋ ਕਿ ਇਸ ਪਰਸਨ ਨਾਲ ਮੈਂ ਇੱਦਾਂ ਡੀਲ ਕਰ ਲਿਆ, ਇਹ ਪਰਸਨ ਇਸ ਗੱਲ 'ਤੇ ਮੰਨ ਸਕਦਾ ਹੈ ਜਾਂ ਇਹਨੂੰ ਆਪਾਂ ਇੱਦਾਂ ਮੋਲਡ ਕਰ ਸਕਦੇ ਹਾਂ ਜਾਂ ਹੋਰ ਤਰੀਕੇ ਦੇ ਨਾਲ ਕਸਟਮਰ ਨੂੰ ਸੈਟਿਸਫਾਈ ਕਰ ਸਕਦੇ ਹਾਂ। ਸੋ ਡਿਫਰੈਂਟ ਪਰਸਪੈਕਟਿਵ ਜ਼ਰੂਰੀ ਹੁੰਦਾ ਹੈ। ਮੋਨੀਟਰਿੰਗ ਐਂਡ ਮੇਜਰਿੰਗ ਇਫੈਕਟਿਵਨੈਸ। ਮੋਨੀਟਰ ਕਰਨਾ ਔਰ ਮੇਜਰ ਕਰਨਾ ਇਫੈਕਟਿਵਨੈਸ, ਕਿ ਜੋ ਵੀ ਤੁਸੀਂ ਕਸਟਮਰ ਸਰਵਿਸ ਦੇ ਰਹੇ ਹੋ ਕਿ ਉਹ ਸਹੀ ਦੇ ਰਹੇ ਹੋ, ਕਿ ਕਸਟਮਰ ਉਹ ਤੋਂ ਸੈਟਿਸਫਾਈਡ ਹੈ। ਕਸਟਮਰ ਉਸ ਤੋਂ ਬਾਅਦ ਵੀ ਇੱਦਾਂ ਤਾਂ ਨਹੀਂ ਹੈ ਕਿ ਕਸਟਮਰ ਜਸਟ ਉਸ ਵੇਲੇ ਤੁਹਾਨੂੰ ਇਹ ਸ਼ੋਅ ਕਰ ਰਿਹਾ ਕਿ ਚਲੋ ਠੀਕ ਹੈ, ਕਸਟਮਰ ਨੂੰ ਲੱਗਦਾ ਕਿ ਇੱਥੇ ਮੇਰੀ ਗੱਲ ਨਹੀਂ ਬਣੇਗੀ, ਸੋ ਵੀ ਬੈਂਸਣਾ ਨਹੀਂ ਪਸੰਦ ਕਰਦਾ। ਸੋ ਤੁਸੀਂ ਇਹ ਮੋਨੀਟਰ ਕਰਨਾ ਹੈ, ਇਹ ਦੇਖਣਾ ਹੈ ਕਿ ਕੀ ਤੁਸੀਂ ਜਿਹੜੀ ਵੀ ਕੁਐਰੀ ਕਿਸੇ ਦੀ ਰਿਜ਼ੋਲਵ ਕੀਤੀ ਹੈ ਕਿ ਕਸਟਮਰ ਉਸ ਰੈਜ਼ੋਲੂਸ਼ਨ ਤੋਂ ਜਾਂ ਉਸ ਸੋਲਿਊਸ਼ਨ ਤੋਂ ਸੈਟਿਸਫਾਈਡ ਹੈ। ਸੋ ਹਰ ਇੱਕ ਚੀਜ਼ ਨੂੰ ਆਫਟਰ ਔਰ ਬਿਫੋਰ ਮੋਨੀਟਰ ਕਰਨਾ ਹੈ। ਫਿਰ ਆਉਂਦਾ ਹੈ ਕਿ ਕਸਟਮਰ ਸਰਵਿਸ ਦੀ ਆਪਾਂ ਗੱਲ ਕਰਦੇ ਹਾਂ। ਸੋ ਕਸਟਮਰ ਸਰਵਿਸ ਇੰਨਾ ਇੰਪੋਰਟੈਂਟ ਹੈ। ਅਗਰ ਅਸੀਂ ਕਸਟਮਰ ਸਰਵਿਸ 'ਤੇ ਫੋਕਸ ਕਰਾਂਗੇ ਤਾਂ ਕਸਟਮਰ ਸਰਵਿਸ ਦੀਆਂ ਬਹੁਤ ਸਾਰੀਆਂ ਐਡਵਾਂਟੇਜਿਸ ਵੀ ਹੋਣਗੀਆਂ। ਸੋ ਹੁਣ ਅਸੀਂ ਗੱਲ ਕਰਾਂਗੇ ਐਡਵਾਂਟੇਜਿਸ ਆਫ ਕਸਟਮਰ ਸਰਵਿਸ। ਦ ਐਡਵਾਂਟੇਜਿਸ ਆਫ ਪ੍ਰੋਵਾਈਡਿੰਗ ਕਸਟਮਰ ਸਰਵਿਸ ਆਰ ਐਜ਼ ਫੋਲੋਜ਼। ਹੈਲਪਸ ਇਨ ਸਰਵਿੰਗ ਕਸਟਮਰਸ ਬੈਟਰ। ਜਦੋਂ ਅਸੀਂ ਕਸਟਮਰ ਸਰਵਿਸ 'ਤੇ ਫੋਕਸ ਕਰਦੇ ਹਾਂ ਉਸ ਦੇ ਨਾਲ ਕੀ ਹੁੰਦਾ ਹੈ ਕਿ ਅਸੀਂ ਇਹ ਹੈਲਪ ਕਰਦੀ ਆ ਸਾਡੇ ਕਸਟਮਰਸ ਨੂੰ ਸਹੀ ਤਰੀਕੇ ਨਾਲ ਬੈਟਰ ਤਰੀਕੇ ਨਾਲ ਸਰਵ ਕਰਨ ਦੇ ਵਿੱਚ। ਇਨਕਰੀਜ਼ਿਸ ਕਸਟਮਰ ਰੈਵਨਿਊਜ਼। ਕਸਟਮਰ ਦਾ ਰੈਵਨਿਊ ਇਨਕਰੀਜ਼ ਹੁੰਦਾ ਹੈ। ਜਿੰਨੇ ਜ਼ਿਆਦਾ ਕਸਟਮਰ ਸਾਡੇ ਨਾਲ ਜੁੜਨਗੇ, ਉਹਨਾਂ ਦੀਆਂ ਕੁਐਰੀ ਸੋਲਵ ਹੋਣਗੀਆਂ, ਕਸਟਮਰ ਸਾਡੇ ਤੋਂ ਸੈਟਿਸਫਾਈਡ ਹੋਏਗਾ ਸਾਡੀ ਸਰਵਿਸ ਤੋਂ, ਉਹਦੇ ਨਾਲ ਕੀ ਆ ਹੋਰ ਜ਼ਿਆਦਾ ਰੈਵਨਿਊ ਜਨਰੇਟ ਹੋਏਗਾ। ਹੈਲਪਸ ਇਨ ਐਕਵਾਇਰਿੰਗ ਨਿਊ ਕਸਟਮਰਸ। ਜਦੋਂ ਅਸੀਂ ਅੱਛੀ ਕਸਟਮਰ ਸਰਵਿਸ ਦਿੰਦੇ ਹਾਂ ਤਾਂ ਸਾਡਾ ਇੱਕ ਨਾਮ ਬਣਦਾ, ਜਿਹਨੂੰ ਅਸੀਂ ਗੁੱਡਵਿਲ ਦਾ ਨਾਮ ਵੀ ਦੇ ਦਿੰਦੇ ਹਾਂ। ਇੱਕ ਰਿਟੇਲ ਆਰਗੇਨਾਈਜੇਸ਼ਨ ਦੇ ਲਈ ਗੁੱਡਵਿਲ ਵੀ ਬਹੁਤ ਜ਼ਰੂਰੀ ਚੀਜ਼ ਹੁੰਦੀ ਹੈ। ਸੋ ਜਦੋਂ ਇੱਕ ਸਾਡਾ ਨਾਮ, ਸਾਡੀ ਪਹਿਚਾਣ ਪੋਜ਼ੀਟਿਵ ਤਰੀਕੇ ਦੀ ਬਣ ਜਾਂਦੀ ਆ, ਉਹਦੇ ਨਾਲ ਕੀ ਆ ਸਾਡੇ ਨਿਊ ਕਸਟਮਰਸ ਵੀ ਅਟਰੈਕਟ ਹੁੰਦੇ ਹਨ। ਏਡਸ ਇਨ ਸੈਲਿੰਗ ਪ੍ਰੋਡਕਟਸ ਮੋਰ ਇਫੈਕਟਿਵਲੀ। ਜਦੋਂ ਅਸੀਂ ਵਧੀਆ ਕਸਟਮਰ ਸਰਵਿਸ ਪ੍ਰੋਵਾਈਡ ਕਰਦੇ ਹਾਂ, ਵਧੀਆ ਤਰੀਕੇ ਨਾਲ ਗੱਲਬਾਤ ਕਰਦੇ ਹਾਂ, ਉਹਦੇ ਨਾਲ ਕੀ ਆ ਸੈਲਿੰਗ ਸਾਡੀ ਇਨਕਰੀਜ਼ ਹੁੰਦੀ ਹੈ। ਹੈਲਪ ਸੇਲ ਸਟਾਫ ਟੂ ਕਲੋਜ਼ ਡੀਲਸ। ਜਿਹੜਾ ਸੇਲ ਸਟਾਫ ਆ, ਸੇਲ ਸਟਾਫ ਨੂੰ ਆਲਵੇਜ਼ ਟਾਰਗੇਟ ਹੁੰਦਾ ਹੈ ਕਿ ਉਸਨੇ ਇਸ ਪਰਟੀਕੂਲਰ ਬ੍ਰਾਂਡ ਦੀਆਂ ਚੀਜ਼ਾਂ ਨੂੰ ਵੇਚਣਾ ਹੈ ਜਾਂ ਆਪਣੀ ਦੁਕਾਨ ਦੇ ਸਮਾਨ ਨੂੰ ਵੇਚਣਾ ਹੈ। ਸੋ ਅਗਰ ਕਸਟਮਰ ਸਰਵਿਸ ਵਧੀਆ ਹੋਏਗੀ ਤਾਂ ਉਹਨੂੰ ਆਪਣੀ ਡੀਲਸ ਨੂੰ ਕਲੋਜ਼ ਕਰਨ ਦੇ ਵਿੱਚ ਈਜ਼ੀ ਹੋਏਗਾ, ਕਿ ਉਹਨਾਂ ਨੂੰ ਅਗਰ ਟਾਰਗੇਟ ਮਿਲਿਆ ਕਿ ਉਹਨਾਂ ਨੇ ਅੱਜ 10 ਪ੍ਰੋਡਕਟ ਵੇਚਣੇ ਆ ਤਾਂ ਉਹਨਾਂ ਨੂੰ ਵੇਚਣਾ ਈਜ਼ੀ ਹੋਏਗਾ। ਹੈਲਪਸ ਇਨ ਡਿਵੈਲਪਿੰਗ ਔਰ ਇਨਹਾਂਸਿੰਗ ਦਾ ਵੈਲਿਊ ਪ੍ਰੋਪੋਸ਼ਨ ਆਫਰ ਟੂ ਕਸਟਮਰਸ। ਇਸ ਦੇ ਨਾਲ ਕੀ ਹੁੰਦਾ ਹੈ ਕਿ ਹੈਲਪਸ ਇਨ ਡਿਵੈਲਪਿੰਗ ਕਿ ਵੈਲਿਊ ਪ੍ਰਪੋਰਸ਼ਨ ਕਿ ਆਫਰ ਟੂ ਕਸਟਮਰ। ਇਹਦੇ ਨਾਲ ਜੋ ਵੀ ਅਸੀਂ ਕਸਟਮਰ ਨੂੰ ਪ੍ਰੋਡਕਟਸ ਪ੍ਰੋਵਾਈਡ ਕਰਦੇ ਹਾਂ ਉਹਨਾਂ ਦੀ ਵੈਲਿਊ ਹੋਰ ਜ਼ਿਆਦਾ ਵੱਧਦੀ ਰਹਿੰਦੀ, ਕਿਉਂਕਿ ਕਸਟਮਰ ਅਗਰ ਇੱਕ ਚੀਜ਼ ਤੋਂ ਸੈਟਿਸਫਾਈਡ ਹੈ ਉਹ ਦੂਸਰੀ ਚੀਜ਼ ਵੀ ਸਾਡੇ ਤੋਂ ਹੀ ਖਰੀਦੇਗਾ। ਸੋ ਉਹਦੇ ਨਾਲ ਕੀ ਆ
ਉਹ ਹੋਰ ਜ਼ਿਆਦਾ ਜਿਹੜਾ ਪ੍ਰਪੋਰਸ਼ਨ ਹੈ ਉਹ ਵੱਧ ਜਾਂਦਾ ਹੈ ਅਤੇ ਕਸਟਮਰ ਨੂੰ ਆਫਰ ਕਰਨ ਲਈ ਚੀਜ਼ਾਂ ਵੀ ਹੋਰ ਜ਼ਿਆਦਾ ਵੱਧ ਜਾਂਦੀਆਂ ਹਨ। ਇਨਹੈਂਸਿਸ ਕਸਟਮਰ ਲੋਇਲਟੀ, ਅਗਰ ਸਾਡਾ ਕਸਟਮਰ ਸਾਡੇ ਤੋਂ ਸੈਟਿਸਫਾਈਡ ਹੈ, ਸਾਡੀ ਦੁਕਾਨ ਦੀ ਸਰਵਿਸਿਜ਼ ਤੋਂ ਸੈਟਿਸਫਾਈਡ ਹੋ ਕੇ ਸਾਡੇ ਤੋਂ ਹੋਰ ਜ਼ਿਆਦਾ ਖਰੀਦਦਾਰੀ ਕਰ ਰਿਹਾ ਅਤੇ ਸਾਡਾ ਨਾਮ ਵੀ ਪ੍ਰਮੋਟ ਕਰ ਰਿਹਾ, ਤਾਂ ਇਟ ਮੀਨਸ ਕਿ ਜਿਹੜਾ ਸਾਡਾ ਕਸਟਮਰ ਹੈ ਉਹ ਸਾਡੇ ਲਈ ਲੋਇਲ ਹੈ। ਸੋ ਅਸੀਂ ਕਸਟਮਰ ਦੀ ਲੋਇਲਟੀ ਨੂੰ ਵੀ ਵਧਾ ਰਹੇ ਹਾਂ। ਰਿਟੇਨਸ ਕਸਟਮਰਸ ਟੂ ਇਨਕਰੀਜ਼ ਪ੍ਰੋਫਿਟ, ਰਿਟੇਨ ਜਿਹੜਾ ਸਾਡਾ ਕਸਟਮਰ ਹੈ ਸਾਡੇ ਕੋਲ ਰੁਕਦਾ ਹੈ, ਸਾਡੇ ਨਾਲ ਜੁੜ ਕੇ ਰਹਿੰਦਾ ਅਤੇ ਉਸ ਦੇ ਨਾਲ ਕੀ ਹੈ ਕਿ ਸਾਡੇ ਪ੍ਰੋਫਿਟਸ ਇਨਕਰੀਜ਼ ਹੁੰਦੇ ਹਨ। ਹੈਲਪਸ ਇਨ ਫੋਕਸਡ ਕਸਟਮਰ ਡਿਲੀਵਰੀ ਐਂਡ ਸਪੋਰਟ ਬੇਸਡ ਔਨ ਕਸਟਮਰ ਸੈਗਮੈਂਟ, ਇਸ ਦੇ ਨਾਲ ਕੀ ਆ ਕਿ ਕਸਟਮਰ ਨੂੰ ਜੋ ਵੀ ਅਸੀਂ ਡਿਲੀਵਰੀ ਔਰ ਸਪੋਰਟ ਪ੍ਰੋਵਾਈਡ ਕਰਦੇ ਹਾਂ ਅਤੇ ਉਹਦੇ ਨਾਲ ਕੀ ਆ ਜਿਹੜਾ ਕਸਟਮਰ ਸੈਗਮੈਂਟ ਹੈ ਹੋਰ ਜ਼ਿਆਦਾ ਵੱਧਦਾ ਹੈ। ਹੁਣ ਅਸੀਂ ਗੱਲ ਕਰਾਂਗੇ ਸੈਸ਼ਨ 2 ਦੀ ਇਫੈਕਟਿਵ ਕਸਟਮਰ ਸਰਵਿਸ। ਇਫੈਕਟਿਵ ਕਸਟਮਰ ਸਰਵਿਸ ਦੇ ਵਿੱਚ ਅਸੀਂ ਇਹ ਪੜ੍ਹਾਂਗੇ ਕਿ ਜਿਹੜੀ ਕਸਟਮਰ ਸਰਵਿਸ ਹੈ ਕਿਵੇਂ ਦੀ ਕਸਟਮਰ ਸਰਵਿਸ ਹੋਵੇ ਜਿਹੜੀ ਕਿ ਬਹੁਤ ਜ਼ਿਆਦਾ ਇਫੈਕਟਿਵ ਹੋਵੇ ਅਤੇ ਜਿਹੜਾ ਸਾਡਾ ਕਸਟਮਰ ਹੈ ਉਹ ਸਾਡੇ ਨਾਲ ਹਮੇਸ਼ਾ ਜੁੜ ਕੇ ਰਹੇ। Always remember that a satisfied customer contributes more in retail for years through purchases and recommends and refers to others as well। ਕਹਿੰਦੇ ਕਿ ਹਮੇਸ਼ਾ ਯਾਦ ਰੱਖਿਓ ਕਿ ਜਿਹੜਾ ਸੈਟਿਸਫਾਈਡ ਕਸਟਮਰ ਹੈ ਨਾ ਉਹ ਕੀ ਕਰੇਗਾ, ਉਹ ਸਾਡੇ ਨਾਲ ਸਾਲਾਂ ਬੱਧੀ ਜੁੜਿਆ ਰਹੇਗਾ, ਸਾਡੇ ਤੋਂ ਪਰਚੇਜ਼ਿਸ ਵੀ ਕਰੇਗਾ, ਸਾਡਾ ਨਾਮ ਵੀ ਰਿਕਮੈਂਡ ਕਰੇਗਾ ਔਰ ਹੋਰਾਂ ਨੂੰ ਵੀ ਰੈਫਰ ਕਰੇਗਾ। ਇਸ ਦੇ ਨਾਲ ਕੀ ਹੈ ਸਾਡਾ ਕਸਟਮਰ ਬੇਸ ਵੱਧਦਾ ਰਹੇਗਾ। ਨਾਓ ਲੈਟ ਅਸ ਟਰਾਈ ਟੂ ਅੰਡਰਸਟੈਂਡ ਦਾ ਵੇਰੀਅਸ ਆਸਪੈਕਟਸ ਆਫ ਐਨ ਇਫੈਕਟਿਵ ਕਸਟਮਰ ਸਰਵਿਸ। ਕਹਿੰਦੇ ਇਫੈਕਟਿਵ ਕਸਟਮਰ ਸਰਵਿਸ ਦੀਆਂ ਅਸੀਂ ਹੁਣ ਬਹੁਤ ਸਾਰੇ ਆਸਪੈਕਟਸ ਨੂੰ ਇਸ ਟੌਪਿਕ ਦੇ ਵਿੱਚ ਪੜ੍ਹਾਂਗੇ। ਇਸ ਟੌਪਿਕ ਦੇ ਵਿੱਚ ਅਸੀਂ ਇਹਨਾਂ ਚੀਜ਼ਾਂ ਨੂੰ ਪੜ੍ਹਾਂਗੇ ਕਿ ਸਾਨੂੰ ਇਹ ਪਤਾ ਚੱਲੇਗਾ ਕਿ ਅਸੀਂ ਕਸਟਮਰ ਬੇਸ ਨੂੰ ਕਿਵੇਂ ਵਧਾ ਸਕਦੇ ਹਾਂ ਇੱਕ ਇਫੈਕਟਿਵ ਕਸਟਮਰ ਸਰਵਿਸ ਦੇ ਕੇ, ਕਿਉਂਕਿ ਇਹ ਇੱਕ ਅਟਮੋਸਟ ਇੰਪੋਰਟੈਂਟ ਚੀਜ਼ ਹੈ ਇਨ ਦਾ ਰਿਟੇਲ ਬਿਜ਼ਨਸ। ਡੀਲ ਇਫੈਕਟਿਵਲੀ ਵਿਦ ਕਸਟਮਰਸ, ਕਿ ਅਸੀਂ ਆਪਣੇ ਕਸਟਮਰਸ ਦੇ ਨਾਲ ਇਫੈਕਟਿਵਲੀ ਕਿੱਦਾਂ ਡੀਲ ਕਰਦੇ ਹਾਂ। ਡਿਵੈਲਪ ਨੌਲੇਜ ਆਫ ਮਰਚੈਂਡਾਈਜ਼ ਬੀਇੰਗ ਸੋਲਡ, ਇਹ ਉਸ ਚੀਜ਼ ਦੀ ਨੌਲੇਜ ਨੂੰ ਡਿਵੈਲਪ ਕਰਨਾ ਕਿ ਕਿਹੜੀਆਂ ਵਸਤੂਆਂ ਵੇਚਣੀਆਂ ਹਨ। ਅਕਨੌਲੇਜ ਐਂਡ ਅਪਰੋਚ ਕਸਟਮਰਸ ਆਈਡਲੀ ਵਿਦਿਨ 1 ਮਿੰਟ ਆਫ ਦੇਅਰ ਐਂਟਰਿੰਗ ਦਾ ਡਿਪਾਰਟਮੈਂਟ, ਜਦੋਂ ਵੀ ਕੋਈ ਕਸਟਮਰ ਸਾਡੇ ਡਿਪਾਰਟਮੈਂਟ ਦੇ ਵਿੱਚ ਜਾਂ ਸਾਡੇ ਆਫਿਸ ਜਾਂ ਸਾਡੀ ਸ਼ਾਪ ਦੇ ਵਿੱਚ ਐਂਟਰ ਹੁੰਦਾ ਹੈ ਤਾਂ ਉਹਨੂੰ ਵਿਦਿਨ ਅ ਮਿੰਟ ਟਾਈਮ ਨਾ ਲਓ ਜ਼ਿਆਦਾ ਕਸਟਮਰ ਨੂੰ ਅਟੈਂਡ ਕਰਨ ਦੇ ਵਿੱਚ, ਕਿਉਂਕਿ ਅਗਰ ਤੁਸੀਂ ਕਸਟਮਰ ਨੂੰ ਅਟੈਂਡ ਜਾਂ ਅਪਰੋਚ ਕਰਨ ਦੇ ਵਿੱਚ ਟਾਈਮ ਲਗਾ ਦਿੱਤਾ ਦੈਨ ਕਸਟਮਰ ਨੂੰ ਇਹ ਫੀਲ ਹੋਏਗਾ ਕਿ ਉਹ ਇਗਨੋਰ ਕੀਤਾ ਜਾ ਰਿਹਾ, ਉਸਨੂੰ ਇਗਨੋਰ ਫੀਲ ਹੋਏਗਾ ਤਾਂ ਉਹ ਹੋ ਸਕਦਾ ਕਿ ਤੁਹਾਡੀ ਦੁਕਾਨ ਤੋਂ ਜਾਂ ਤੁਹਾਡੇ ਡਿਪਾਰਟਮੈਂਟ ਤੋਂ ਵਾਕਆਊਟ ਹੋ ਜਾਵੇ। ਕਿਉਂਕਿ ਅਗਰ ਕਸਟਮਰ ਅਨਅਟੈਂਡਡ ਫੀਲ ਕਰੇਗਾ ਕਿ ਮੈਨੂੰ ਕਿਸੇ ਨੇ ਅਟੈਂਡ ਨਹੀਂ ਕੀਤਾ ਦੈਨ ਕਸਟਮਰ ਨੂੰ ਲੱਗੇਗਾ ਕਿ ਮਤਲਬ ਇੱਥੇ ਦੀ ਕਸਟਮਰ ਸਰਵਿਸ ਜ਼ਿਆਦਾ ਵਧੀਆ ਨਹੀਂ ਹੈ, ਸੋ ਕਸਟਮਰ ਕਿਸੇ ਹੋਰ ਸ਼ੌਪ 'ਤੇ ਜਾਣਾ ਪ੍ਰੈਫਰ ਕਰੇਗਾ। ਸੋ ਇਸ ਚੀਜ਼ ਦਾ ਧਿਆਨ ਰੱਖਿਆ ਜਾਵੇ ਕਿ ਜਿਸ ਮੂਮੈਂਟ ਕਸਟਮਰ ਤੁਹਾਡੀ ਦੁਕਾਨ ਦੇ ਵਿੱਚ ਐਂਟਰ ਹੋਇਆ ਹੈ ਜਾਂ ਤੁਹਾਡੇ ਡਿਪਾਰਟਮੈਂਟ ਦੇ ਵਿੱਚ ਐਂਟਰ ਹੋਇਆ ਤਾਂ ਕੋਈ ਵੀ ਜਿਹੜਾ ਸੇਲਸ ਐਸੋਸੀਏਟ ਹੈ ਉਸ ਟਾਈਮ ਕਸਟਮਰ ਦੇ ਕੋਲ ਪਹੁੰਚ ਕੇ ਉਸ ਦੀਆਂ ਨੀਡਸ ਔਰ ਜ਼ਰੂਰਤਾਂ ਬਾਰੇ ਪੁੱਛੇ ਤਾਂ ਕਿ ਉਹਨੂੰ ਉੱਦਾਂ ਦੀ ਪ੍ਰੋਡਕਟਸ ਆਫਰ ਕੀਤੇ ਜਾ ਸਕਣ। ਬੀ ਫਰੈਂਡਲੀ ਐਂਡ ਐਂਥੂਸੀਆਸਟਿਕ ਵਾਈਲ ਵੈਲਕਮਿੰਗ ਦਾ ਕਸਟਮਰ, ਕਹਿੰਦੇ ਕਿ ਜਦੋਂ ਤੁਸੀਂ ਆਪਣੇ ਕਸਟਮਰ ਨੂੰ ਵੈਲਕਮ ਕਰਦੇ ਹੋ ਤਾਂ ਫਰੈਂਡਲੀ ਰਹੋ ਔਰ ਐਂਥੂਸੀਆਸਟਿਕ ਬਹੁਤ ਹੀ ਉਤਸ਼ਾਹ ਦੇ ਨਾਲ ਆਪਣੇ ਕਸਟਮਰ ਨੂੰ ਵੈਲਕਮ ਕਰੋ ਤਾਂ ਕਿ ਜਿਹੜਾ ਕਸਟਮਰ ਆ ਉਹ ਵੀ ਤੁਹਾਡੀ ਦੁਕਾਨ 'ਤੇ ਆ ਕੇ ਖੁਸ਼ ਹੋਵੇ ਔਰ ਉਤਸ਼ਾਹਿਤ ਹੋ ਕੇ ਤੁਹਾਡੇ ਨਾਲ ਆਪਣੀ ਗੱਲ ਸ਼ੇਅਰ ਕਰ ਸਕੇ। ਆਸਕ ਦਾ ਕਸਟਮਰਸ ਐਪਰੋਪ੍ਰੀਏਟ ਕੁਐਸਚਨਸ ਟੂ ਡਿਟਰਮਿਨ ਦੇਅਰ ਨੀਡਸ, ਕਸਟਮਰ ਨੂੰ ਐਪਰੋਪ੍ਰੀਏਟ ਕੁਐਸਚਨ ਪੁੱਛੋ ਕਿ ਹਾਂਜੀ ਤੁਸੀਂ ਕਿਸ ਚੀਜ਼ ਦੇ ਲਈ ਸ਼ਾਪਿੰਗ ਕਰਨ ਆਏ ਹੋ, ਤੁਹਾਨੂੰ ਕਿੰਨੀ ਮਾਤਰਾ ਦੇ ਵਿੱਚ ਚੀਜ਼ ਚਾਹੀਦੀ ਹੈ, ਤੁਹਾਡੀ ਕੀ ਪਸੰਦ ਹੈ, ਤੁਸੀਂ ਕਿਹੜਾ ਕਲਰ ਪ੍ਰੈਫਰ ਕਰੋਗੇ। ਸੋ ਇੱਦਾਂ ਦੇ ਕੁਐਸਚਨਸ ਪੁੱਛੋ ਜਿਹੜੇ ਕਸਟਮਰ ਦੇ ਇੰਟਰਸਟ 'ਤੇ ਹੋਣ ਤਾਂ ਹੀ ਤੁਸੀਂ ਕਸਟਮਰ ਦੀਆਂ ਨੀਡਸ ਤੱਕ ਪਹੁੰਚ ਸਕੋਗੇ। ਸੈਲ ਰਿਲੇਟਡ ਮਰਚੈਂਡਾਈਜ਼ ਇਨ ਐਡੀਸ਼ਨ ਟੂ ਕਸਟਮਰ ਸਿਲੈਕਟਡ ਆਈਟਮ ਵੇਅਰ ਐਵਰ ਪੋਸੀਬਲ, ਕਸਟਮਰ ਨੇ ਜਿਹੜੀ ਚੀਜ਼ ਸਿਲੈਕਟ ਕੀਤੀ ਹੈ, ਅਗਰ ਸਪੋਜ਼ ਕਰੋ ਕਸਟਮਰ ਕੋਈ ਫੁੱਟਵੇਅਰ ਲੈਣ ਆਏ ਆ ਦੈਨ ਤੁਸੀਂ ਉਹਨੂੰ ਘਰ ਪਾਉਣ ਵਾਲੀ ਚੱਪਲ ਵੇਚ ਸਕਦੇ ਹੋ। ਸੋ ਇਹ ਮਾਰਕੀਟਿੰਗ ਸਟ੍ਰੈਟਜੀਜ਼ ਹੁੰਦੀਆਂ ਨੇ ਕਿ ਤੁਸੀਂ ਕਿਵੇਂ ਆਪਣੀਆਂ ਹੋਰ ਚੀਜ਼ਾਂ ਕਸਟਮਰ ਨੂੰ ਵੇਚਣੀਆਂ ਹਨ। ਅਗਰ ਸਪੋਜ਼ ਕਰੋ ਕਸਟਮਰ ਤੁਹਾਡੇ ਕੋਲ ਕੁੜਤਾ ਲੈਣ ਆਇਆ ਤਾਂ ਤੁਸੀਂ ਉਹਨੂੰ ਉਹਦੇ ਨਾਲ ਦਾ ਮੈਚਿੰਗ ਦੁਪੱਟਾ ਵੀ ਵੇਚ ਸਕਦੇ ਹੋ, ਉਹਦੇ ਨਾਲ ਦਾ ਮੈਚਿੰਗ ਲੋਅਰ ਵੀ ਵੇਚ ਸਕਦੇ ਹੋ। ਸੋ ਤੁਸੀਂ ਦੇਖਣਾ ਕਿ ਕਸਟਮਰ ਕੀ ਖਰੀਦਣ ਆ ਰਿਹਾ ਅਤੇ ਉਹਨੂੰ ਮੈਂ ਉਹਦੇ ਨਾਲ ਰਲਦੀ ਕਿਹੜੀ ਆਈਟਮ ਹੋਰ ਵੇਚ ਸਕਦਾ। ਡੀਲ ਵਿਦ ਕਸਟਮਰਸ ਕੰਪਲੇਂਟਸ ਇਨ ਅਕੋਰਡੈਂਸ ਵਿਦ ਦਾ ਰਿਟੇਲ ਸਟੋਰਸ ਪੋਲਿਸੀ, ਕਸਟਮਰ ਦੀਆਂ ਕੰਪਲੇਂਟਸ ਨੂੰ ਉਸ ਤਰੀਕੇ ਨਾਲ ਡੀਲ ਕਰੋ ਜੋ ਵੀ ਤੁਹਾਡਾ ਜਿਹੜੇ ਵੀ ਰਿਟੇਲ ਸਟੋਰ ਦੇ ਵਿੱਚ ਤੁਸੀਂ ਕੰਮ ਕਰਦੇ ਹੋ ਉਹਦੀਆਂ ਪੋਲਿਸੀਜ਼ ਦੇ ਅਕੋਰਡਿੰਗ। ਅਗਰ ਕਿਸੇ ਰਿਟੇਲ ਸਟੋਰ ਦੇ ਵਿੱਚ ਵਾਪਸੀ ਦੀ ਪੋਲਿਸੀ ਹੈ ਦੈਨ ਤੁਸੀਂ ਉਸ ਅਕੋਰਡਿੰਗ ਚੀਜ਼ ਨੂੰ ਵਾਪਿਸ ਕਰ ਲਓ, ਜਾਂ ਕਿਸੇ ਚੀਜ਼ ਨੂੰ ਐਕਸਚੇਂਜ ਕਰਨ ਦੀ ਹੈ, ਜਾਂ ਜਿੱਦਾਂ ਵੀ ਕੋਈ ਵੀ ਕੰਪਲੇਂਟ ਨੂੰ ਫਾਈਲ ਕਰਨ ਦਾ ਤਰੀਕਾ ਹੈ। ਸੋ ਆਪਣੀਆਂ ਕੰਪਨੀ ਦੀ ਪੋਲਿਸੀਜ਼ ਜਾਂ ਆਪਣੇ ਰਿਟੇਲ ਸਟੋਰ ਦੀਆਂ ਪੋਲਿਸੀਜ਼ ਦੇ ਅਕੋਰਡਿੰਗ ਉਹਨੂੰ ਡੀਲ ਕਰੋ।
ਪਲੇ ਸਪੈਸ਼ਲ ਆਰਡਰਸ ਫॉर ਕਸਟਮਰਸ। ਜਦੋਂ ਕੋਈ ਕਸਟਮਰ ਆਰਡਰ ਦੇਣ ਆਉਂਦਾ ਹੈ ਤਾਂ ਉਹਦਾ ਸਪੈਸ਼ਲ ਆਰਡਰਸ ਨੂੰ ਪਲੇਸ ਕਰੋ ਤਾਂ ਕਿ ਕਸਟਮਰ ਨੂੰ ਅੱਛਾ ਫੀਲ ਹੋਵੇ ਕਿ ਉਹਨੂੰ ਪ੍ਰਾਇਓਰਟੀ ਦਿੱਤੀ ਗਈ ਹੈ। ਯੂਜ਼ ਆਲ ਟਾਈਪਸ ਆਫ ਮੈਥਡਸ ਆਫ ਪੇਮੈਂਟ। ਹਰ ਇੱਕ ਟਾਈਪ ਆਫ ਮੈਥਡ ਆਫ ਪੇਮੈਂਟ ਨੂੰ ਯੂਜ਼ ਕਰੋ ਕਿ ਅਗਰ ਇਨ ਕੇਸ ਕਸਟਮਰ ਕਹੇ ਕਿ ਮੇਰੇ ਕੋਲ ਕੈਸ਼ ਘੱਟ ਜਾਂਦਾ ਹੈ ਤਾਂ ਤੁਸੀਂ ਔਨਲਾਈਨ ਅੱਜ ਕੱਲ੍ਹ ਬਹੁਤ ਸਾਰੇ ਤਰੀਕੇ ਨੇ, ਗੂਗਲ ਪੇ, ਪੇਟੀਐਮ, ਡੈਬਿਟ ਕਾਰਡ ਔਰ ਕ੍ਰੈਡਿਟ ਕਾਰਡ ਦੇ ਥਰੂ ਤੁਸੀਂ ਸਵਾਈਪ ਮਸ਼ੀਨ ਦੇ ਥਰੂ ਵੀ ਪੇਮੈਂਟ ਲੈ ਸਕਦੇ ਹੋ। ਸੋ ਕਸਟਮਰ ਲਈ ਥੋੜ੍ਹਾ ਇਹਨਾਂ ਚੀਜ਼ਾਂ ਦੇ ਵੀ ਆਪਸ਼ਨਸ ਵਾਈਡ ਕਰ ਦਿਓ ਕਿ ਉਹ ਪੇਮੈਂਟ ਵੀ ਅਲੱਗ-ਅਲੱਗ ਤਰੀਕਿਆਂ ਨਾਲ ਕਰ ਸਕੇ। ਹੈਂਡਲ ਕੰਪਲੇਂਟਸ ਕਰਟੇਸਲੀ ਐਂਡ ਸਿੰਪੈਥੈਟਿਕਲੀ, ਕਿ ਜੋ ਵੀ ਕੰਪਲੇਂਟਸ ਆ ਰਹੀਆਂ ਉਹਨੂੰ ਪੂਰੀ ਕਰਟੇਸੀ ਔਰ ਸਿੰਪੈਥੀ ਦੇ ਨਾਲ ਸੁਣੋ ਤਾਂ ਕਿ ਕਸਟਮਰ ਨੂੰ ਇਹ ਫੀਲ ਹੋਵੇ ਕਿ ਉਸ ਦੀ ਗੱਲ ਨੂੰ ਸੁਣਿਆ ਜਾ ਰਿਹਾ ਹੈ। ਔਰ ਜਦੋਂ ਤੁਸੀਂ ਕਸਟਮਰ ਦੀ ਗੱਲ ਨੂੰ ਅੱਛੀ ਤਰ੍ਹਾਂ ਸੁਣ ਕੇ ਉਹਦੇ ਕੁਐਰੀਜ਼ ਨੂੰ ਸੋਲਵ ਕਰੋਗੇ, ਉਹਦੇ ਪ੍ਰੋਬਲਮ ਨੂੰ ਸੋਲਵ ਕਰੋਗੇ ਤਾਂ ਜਿਹੜਾ ਕਸਟਮਰ ਹੈ ਉਹ ਵੀ ਤੁਹਾਡੇ ਨਾਲ ਜੁੜਿਆ ਰਹੇਗਾ। ਇਫੈਕਟਿਵ ਵੇਜ਼ ਟੂ ਬਿਲਡ ਕਸਟਮਰ ਰੈਪਟ। ਕਸਟਮਰ ਰੈਪਟ ਕੀ ਹੁੰਦੀ ਹੈ ਕਿ ਇੱਕ ਅੱਛਾ ਕਸਟਮਰ ਦੇ ਸਾਹਮਣੇ ਇੱਕ ਅੱਛੀ ਇਮੇਜ ਬਣਾ ਕੇ ਰੱਖਣੀ। ਉਹ ਕਿਵੇਂ ਬਿਲਡ ਕੀਤੀ ਜਾ ਸਕਦੀ ਹੈ? ਬੀ ਅਡੈਪਟੇਬਲ ਰਹੋ ਕਿ ਕਸਟਮਰ ਜੋ ਕਹਿ ਰਿਹਾ ਉਸ ਦੇ ਅਕੋਰਡਿੰਗ ਅਡੈਪਟ ਹੋ ਜਾਓ। ਕਸਟਮਰ ਜਿਹੜੀ ਵੀ ਚੀਜ਼ ਦੀ ਡਿਮਾਂਡ ਕਰ ਰਿਹਾ ਉਸ ਅਕੋਰਡਿੰਗ ਆਪਣੇ ਆਪ ਨੂੰ ਅਡੈਪਟ ਕਰ ਲਓ। ਅਲਾਓ ਦੈਮ ਟੂ ਗੈਟ ਇਟ ਆਲ ਆਊਟ। ਜੋ ਵੀ ਕਸਟਮਰ ਕਹਿਣਾ ਚਾਹ ਰਿਹਾ ਹੈ ਕਸਟਮਰ ਨੂੰ ਅਲਾਓ ਕਰੋ ਕਿ ਉਹ ਪਹਿਲਾਂ ਆਪਣੀ ਗੱਲ ਪੂਰੀ ਕਰੇ, ਫਿਰ ਉਹਦੇ ਸੋਲਿਊਸ਼ਨ ਬਾਰੇ ਸੋਚੋ। ਫਿਰ ਕਸਟਮਰ ਨਾਲ ਤੁਸੀਂ ਕੋਈ ਅਗਲੀ ਗੱਲ ਕਰੋ। ਪਹਿਲਾਂ ਕਸਟਮਰ ਨੂੰ ਅਲਾਓ ਕਰੋ ਕਿ ਉਹ ਆਪਣੀ ਜੋ ਵੀ ਉਸਦੇ ਦਿਲ ਦੀ ਗੱਲ ਹੈ ਸਾਰੀ ਬਾਹਰ ਕੱਢ ਦੇਵੇ। ਰਿਪੀਟ ਅਗੇਨ ਦਾ ਕੰਸਰਨ ਵਾਈਲ ਸੋਲਵਿੰਗ ਦਾ ਇਸ਼ੂ। ਜਦੋਂ ਤੁਸੀਂ ਕਸਟਮਰ ਨਾਲ ਗੱਲ ਕਰਦੇ ਹੋ ਤਾਂ ਕਸਟਮਰ ਦੇ ਇਸ਼ੂ ਨੂੰ ਮੋਹਰੇ ਰੱਖ ਕੇ ਉਹਦੇ ਇਸ਼ੂ ਨੂੰ ਰਿਪੀਟ ਕਰਕੇ ਕਿ ਹਾਂਜੀ ਸਰ ਤੁਹਾਨੂੰ ਸਪੋਜ਼ ਕਰੋ ਉਹਨੂੰ ਫ਼ੋਨ 'ਚ ਕੋਈ ਪ੍ਰੋਬਲਮ ਹੈ, ਹਾਂਜੀ ਸਰ ਤੁਹਾਡੇ ਫ਼ੋਨ ਦੇ ਵਿੱਚ ਇਹ ਵਾਲੀ ਪ੍ਰੋਬਲਮ ਆਈ ਹੈ, ਕੋਈ ਗੱਲ ਨਹੀਂ ਅਸੀਂ ਆਪਣੇ ਸਰਵਿਸ ਸੈਂਟਰ ਤੋਂ ਇਹਨੂੰ ਠੀਕ ਕਰਾ ਲਾਂਗੇ। ਇਹਦੇ ਲਈ ਤੁਹਾਨੂੰ ਵਾਰੰਟੀ ਕਾਰਡ ਵੀ ਹੈ, ਤੁਹਾਡੇ ਕੋਲ 6 ਮੰਥਸ ਦਾ ਹੈ ਜਾਂ ਤੁਹਾਡੇ ਬਸ ਬਹੁਤ ਥੋੜ੍ਹੇ ਚਾਰਜਿਸ ਲੱਗਣਗੇ। ਤਾਂ ਕਸਟਮਰ ਨੂੰ ਉਹਦਾ ਇਸ਼ੂ ਐਡਰੈਸ ਕਰਕੇ ਫਿਰ ਉਹਦੇ ਨਾਲ ਗੱਲ ਕਰੋ। ਗੈਟ ਕਸਟਮਰ ਨੇਮ ਫਸਟ। ਕਸਟਮਰ ਦਾ ਨਾਮ ਜ਼ਰੂਰ ਜਾਣੋ। ਜਦੋਂ ਅਸੀਂ ਕਸਟਮਰ ਨੂੰ ਉਹਦੇ ਨਾਮ ਦੇ ਨਾਲ ਗੱਲ ਕਰਦੇ ਹਾਂ ਰਿਸਪੈਕਟਫੁਲੀ, ਦੈਨ ਕਸਟਮਰ ਨੂੰ ਸਾਡੇ ਨਾਲ ਇੱਕ ਅਪਣਾਈਅਤ ਫੀਲ ਹੁੰਦੀ ਹੈ। ਮੇਕ ਦਾ ਕਸਟਮਰਸ ਪ੍ਰੋਬਲਮ ਦਾ ਰਿਟੇਲਰਸ ਪ੍ਰੋਬਲਮ। ਜਿਹੜੀ ਕਸਟਮਰ ਦੀ ਪ੍ਰੋਬਲਮ ਹੈ ਨਾ ਉਹਨੂੰ ਆਪਣੀ ਪ੍ਰੋਬਲਮ ਸਮਝ ਲਓ। ਜਦੋਂ ਤੁਸੀਂ ਕਸਟਮਰ ਦੀ ਪ੍ਰੋਬਲਮ ਨੂੰ ਆਪਣੀ ਪ੍ਰੋਬਲਮ ਸਮਝ ਕੇ ਉਹਦੇ ਲਈ ਪੇਨ ਲਵੋਗੇ, ਕਸਟਮਰ ਦੇ ਲਈ ਐਫਰਟ ਕਰੋਗੇ ਉਹਦੀ ਪ੍ਰੋਬਲਮ ਨੂੰ ਸੋਲਵ ਕਰਨ ਲਈ, ਤਾਂ ਜਿਹੜਾ ਕਸਟਮਰ ਹੈ ਉਹ ਤੁਹਾਡੇ ਨਾਲ ਹੋਰ ਜ਼ਿਆਦਾ ਜੁੜਿਆ ਮਹਿਸੂਸ ਕਰੇਗਾ। ਸੀ ਇਟ ਫਰੋਮ ਕਸਟਮਰਸ ਪੁਆਇੰਟ ਆਫ ਵਿਊ। ਕਸਟਮਰ ਦੇ ਪੁਆਇੰਟ ਆਫ ਵਿਊ ਨਾਲ ਸੋਚੋ ਕਿ ਉਹਨੂੰ ਕਿਸੇ ਪ੍ਰੋਡਕਟ ਦੇ ਵਿੱਚ ਕੋਈ ਪ੍ਰੋਬਲਮ ਆਈ ਹੈ ਤਾਂ ਜਦੋਂ ਉਹਦੇ ਪੁਆਇੰਟ ਆਫ ਵਿਊ ਨਾਲ ਤੁਸੀਂ ਸੋਚੋਗੇ ਫਿਰ ਦੈਨ ਤੁਸੀਂ ਉਹਦੇ ਸੋਲਿਊਸ਼ਨ ਦੇ ਲਈ ਹੋਰ ਜ਼ਿਆਦਾ ਐਫਰਟ ਕਰੋਗੇ ਤਾਂ ਜਿਹੜੀ ਤੁਹਾਡੀ ਕਸਟਮਰ ਸਰਵਿਸ ਹੈ ਉਸ ਤੋਂ ਵੀ ਜ਼ਿਆਦਾ ਇਫੈਕਟਿਵ ਹੋ ਜਾਏਗੀ। ਸ਼ੇਅਰ ਦੇਅਰ ਪ੍ਰਾਇਓਰਟੀਜ਼। ਉਹਨਾਂ ਦੀਆਂ ਕੀ ਪ੍ਰਾਇਓਰਟੀਜ਼ ਨੇ ਉਹਨਾਂ ਨੂੰ ਸ਼ੇਅਰ ਕਰੋ। ਡੋਂਟ ਰਸ਼। ਕਦੀ ਵੀ ਕਾਹਲੀ ਨਾ ਕਰੋ ਕਿਸੇ ਵੀ ਚੀਜ਼ ਦੇ ਲਈ। ਜੋ ਵੀ ਕਸਟਮਰ ਨੂੰ ਤੁਸੀਂ ਸੋਲਿਊਸ਼ਨ ਦੇਣਾ ਹੈ ਉਹਦੇ ਲਈ ਅਗਰ ਤੁਸੀਂ ਕਾਹਲੀ ਕਰੋਗੇ ਤਾਂ ਹੋ ਸਕਦਾ ਹੈ ਕਿ ਕਿਤੇ ਤੁਸੀਂ ਆਪਣੇ ਰਿਟੇਲ ਆਰਗੇਨਾਈਜੇਸ਼ਨ ਦਾ ਨਾ ਨੁਕਸਾਨ ਕਰ ਲਓ ਜਾਂ ਕਸਟਮਰ ਦਾ ਵੀ ਕਿਸੇ ਤਰੀਕੇ ਨਾਲ ਨੁਕਸਾਨ ਹੋ ਸਕਦਾ ਹੈ ਕਿ ਕਸਟਮਰ ਹੋਰ ਜ਼ਿਆਦਾ ਵੀ ਤੁਹਾਡੇ ਤੋਂ ਨਾਰਾਜ਼ ਹੋ ਸਕਦਾ ਹੈ। ਪਰਸਨਲ ਇੰਟਰਸਟ ਇਨ ਕਸਟਮਰ ਬੈਨੀਫਿਟ। ਕਸਟਮਰ ਦੇ ਬੈਨੀਫਿਟ ਦੇ ਵਿੱਚ ਤੁਸੀਂ ਆਪਣਾ ਪਰਸਨਲ ਇੰਟਰਸਟ ਲਓ ਕਿ ਤੁਸੀਂ ਚਾਹੁੰਦੇ ਹੋ ਕਿ ਕਸਟਮਰ ਦੀ ਕੁਐਰੀ ਸੋਲਵ ਹੋਵੇ ਅਤੇ ਤੁਸੀਂ ਕਸਟਮਰ ਦੇ ਬੈਨੀਫਿਟ ਦੇ ਹਿੱਤ ਵਿੱਚ ਸੋਚੋ। ਬੀ ਵੇਅਰ ਆਫ ਇਨਅਪਰੋਪ੍ਰੀਏਟ ਜੋਕਸ। ਜਦੋਂ ਕਸਟਮਰ ਤੁਹਾਡੇ ਨਾਲ ਕੋਈ ਵੀ ਆਪਣੀ ਪ੍ਰੋਬਲਮ ਸ਼ੇਅਰ ਕਰ ਰਿਹਾ ਜਾਂ ਕੋਈ ਵੀ ਗੱਲਬਾਤ ਕਰ ਰਿਹਾ ਦੈਨ ਕੋਸ਼ਿਸ਼ ਕਰੋ ਕਿ ਤੁਸੀਂ ਕੋਈ ਵੀ ਇੱਦਾਂ ਦਾ ਮਜ਼ਾਕ ਨਾ ਕਰੋ ਜਿਹੜਾ ਕਿ ਕਸਟਮਰ ਨੂੰ ਬੁਰਾ ਲੱਗੇ। ਅਦਰਵਾਈਜ਼ ਹਿਊਮਰ ਹਰ ਇੱਕ ਨੂੰ ਅੱਛਾ ਲੱਗਦਾ ਹੈ। ਜਦੋਂ ਤੁਸੀਂ ਕਸਟਮਰ ਦੇ ਨਾਲ ਹੱਸ ਕੇ ਗੱਲ ਕਰਦੇ ਹੋ, ਕੋਈ ਥੋੜ੍ਹਾ ਬਹੁਤਾ ਕੁਛ ਹਿਊਮਰ ਕ੍ਰੀਏਟ ਕਰਦੇ ਹੋ, ਕਸਟਮਰ ਨੂੰ ਅੱਛਾ ਲੱਗਦਾ ਹੈ। ਬਟ ਇਸ ਚੀਜ਼ ਦਾ ਧਿਆਨ ਰੱਖੋ ਕਿ ਕਸਟਮਰ ਕਿਹੜੇ ਮੂਡ 'ਚ ਹੈ, ਉਸ ਅਕੋਰਡਿੰਗ ਹੀ ਆਪਣੇ ਕਸਟਮਰ ਨਾਲ ਗੱਲ ਕਰੋ। ਇਹ ਵੀ ਧਿਆਨ ਰੱਖੋ ਕਿ ਤੁਹਾਡਾ ਉਸ ਕਸਟਮਰ ਦੇ ਨਾਲ ਕਿੱਦਾਂ ਦਾ, ਕਿਸ ਲੈਵਲ ਤੱਕ ਤੁਹਾਡਾ ਉਹਦੇ ਨਾਲ ਰਿਲੇਸ਼ਨ ਹੈ। ਸੋ ਇਹਨਾਂ ਚੀਜ਼ਾਂ ਦਾ ਧਿਆਨ ਰੱਖਦੇ ਹੋਏ ਤੁਸੀਂ ਕਸਟਮਰ ਰੈਪਟ ਨੂੰ ਮੇਨਟੇਨ ਕਰ ਸਕਦੇ। ਸੈਸ਼ਨ 3 ਦੇ ਵਿੱਚ ਅਸੀਂ ਪੜ੍ਹਾਂਗੇ ਆਰਗੇਨਾਈਜੇਸ਼ਨ ਸਟੈਂਡਰਡਸ। ਇੱਕ ਆਰਗੇਨਾਈਜੇਸ਼ਨ ਦੇ ਕੀ ਸਟੈਂਡਰਡਸ ਨੇ ਕਸਟਮਰ ਸਰਵਿਸ ਨੂੰ ਲੈ ਕੇ। ਸਟੈਂਡਰਡਸ ਆਫ ਸਟਾਫ ਅਪੀਅਰੈਂਸ ਇਨ ਰਿਟੇਲ। ਜਿਹੜੀ ਆਰਗੇਨਾਈਜੇਸ਼ਨ ਹੈ ਉਸਨੇ ਵੀ ਆਪਣੇ ਕੁਝ ਸਟੈਂਡਰਡਸ ਰੱਖੇ ਨੇ ਜਿਹਦੇ ਨਾਲ ਕਿ ਉਹ ਕਸਟਮਰ ਸਰਵਿਸ ਨੂੰ ਹੋਰ ਵਧੀਆ ਬਿਲਡਅਪ ਕਰਨਾ ਚਾਹੁੰਦੇ ਔਰ ਕਸਟਮਰ ਨੂੰ ਆਪਣੇ ਵੱਲ ਅਟਰੈਕਟ ਕਰਨ ਲਈ ਵੀ ਕੁਝ ਸਟੈਂਡਰਡਸ ਹੁੰਦੇ ਨੇ। ਸੋ ਪਹਿਲਾਂ ਆਪਾਂ ਗੱਲ ਕਰਾਂਗੇ ਸਟੈਂਡਰਡਸ ਆਫ ਸਟਾਫ ਅਪੀਅਰੈਂਸ ਇਨ ਰਿਟੇਲ ਕਿ ਸਟਾਫ ਦੀ ਕਿਵੇਂ ਦੀ ਅਪੀਅਰੈਂਸ ਹੋਣੀ ਚਾਹੀਦੀ ਹੈ। All officers and staff have a personal responsibility to maintain the standard of appearance in an organization। ਕਿ ਕੋਈ ਵੀ ਆਫਿਸਰ ਹੈ ਜਾਂ ਕੋਈ ਵੀ ਸਟਾਫ ਮੈਂਬਰ ਹੈ ਆਰਗੇਨਾਈਜੇਸ਼ਨ ਦੇ ਵਿੱਚ ਉਹਨਾਂ ਨੂੰ ਆਪਣੀ ਅਪੀਅਰੈਂਸ ਜਾਂ ਆਪਣੇ ਸਟੈਂਡਰਡ ਆਫ ਅਪੀਅਰੈਂਸ ਨੂੰ ਇੱਦਾਂ ਦਾ ਬਣਾ ਕੇ ਰੱਖਣਾ ਚਾਹੀਦਾ ਹੈ ਕਿ ਜਿਹੜਾ ਹੀ ਉਹਨਾਂ ਦੀ ਆਰਗੇਨਾਈਜੇਸ਼ਨ ਹੈ ਉਹਦਾ ਜਿਹੜਾ ਇੱਕ ਪ੍ਰੋਪਰ ਫਾਰਮੈਟ ਹੈ ਉਹਨੂੰ ਫੋਲੋ ਹੋਵੇ ਉਹਦੇ ਵਿੱਚ। ਮੈਨੇਜਰਸ ਐਂਡ ਸੁਪਰਵਾਈਜ਼ਰਸ ਆਰ ਰਿਸਪੋਂਸੀਬਲ ਫॉर ਇੰਸ਼ੋਰਿੰਗ ਆਲ ਪਰਸਨਲ ਅਚੀਵ ਸਟੈਂਡਰਡਸ ਆਫ
appearance set out in the form, and they should give recommendation and guidance when wherever necessary। ਜੋ ਵੀ ਤੁਹਾਡੀ ਕੰਪਨੀ ਦੇ ਨੋਰਮਸ ਨੇ, ਰੂਲਸ ਐਂਡ ਰੈਗੂਲੇਸ਼ਨਸ ਨੇ, ਉਹਨਾਂ ਸਾਰਿਆਂ ਨੂੰ ਫੋਲੋ ਕਰਦੇ ਹੋਏ ਤੁਹਾਡੀ ਅਪੀਅਰੈਂਸ ਉਸ ਅਕੋਰਡਿੰਗ ਹੋਣੀ ਚਾਹੀਦੀ ਹੈ। ਕੁਝ ਆਰਗੇਨਾਈਜੇਸ਼ਨਸ ਨੇ ਡਰੈਸ ਕੋਡ ਰੱਖੇ ਹੁੰਦੇ ਹਨ, ਕੁਝ ਆਰਗੇਨਾਈਜੇਸ਼ਨ ਨੇ ਹੇਅਰ ਸਟਾਈਲ ਜਾਂ ਕਿਵੇਂ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ, ਜਿੱਦਾਂ ਫੂਡ ਇੰਡਸਟਰੀ ਵਿੱਚ ਤੁਸੀਂ ਕਵਰ ਕਰਨਾ ਹੁੰਦਾ, ਆਪਣੇ ਹੇਅਰ ਨੂੰ ਕਵਰ ਕਰਨਾ ਹੁੰਦਾ, ਮੂੰਹ 'ਤੇ ਮਾਸਕ ਮੈਂਡੇਟਰੀ ਹੁੰਦਾ ਹੈ। ਤੁਸੀਂ ਆਪਣੀ ਕੋਈ ਵੀ ਅਸੈਸਰੀ ਨਹੀਂ ਵੇਅਰ ਕਰ ਸਕਦੇ ਕਿਉਂਕਿ ਤੁਸੀਂ ਫੂਡ ਦੇ ਵਿੱਚ ਵਰਕ ਕਰ ਰਹੇ ਹੋ, ਦੈਨ ਉਹ ਕਿਸੇ ਵੀ ਤਰੀਕੇ ਨਾਲ ਡੇਂਜਰਸ ਹੋ ਸਕਦਾ ਹੈ ਕਿ ਅਗਰ ਕਿਸੇ ਪ੍ਰੋਡਕਟ ਦੇ ਵਿੱਚ ਕੋਈ ਗਲਤ ਆਈਟਮ ਜਿਹੜੀ ਕਿ ਤੁਹਾਡੇ ਅਸੈਸਰੀ ਦੇ ਵਿੱਚੋਂ ਕੋਈ ਪੈਕ ਹੋ ਜਾਵੇ ਤਾਂ ਉਹਦੇ ਨਾਲ ਉਹਨੂੰ ਕੋਈ ਪ੍ਰੋਬਲਮ ਹੋ ਸਕਦੀ ਹੈ। ਸੋ ਜਿਹੜੇ ਮੈਨੇਜਰਸ ਔਰ ਸੁਪਰਵਾਈਜ਼ਰਸ ਨੇ ਉਹਨਾਂ ਨੇ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਹੁੰਦਾ ਕਿ ਜੋ ਵੀ ਸੈੱਟ ਫਾਰਮੈਟ ਹੈ ਕਿਸੇ ਵੀ ਆਰਗੇਨਾਈਜੇਸ਼ਨ ਦਾ, ਉਹਦੇ ਅਕੋਰਡਿੰਗ ਹੀ ਅਪੀਅਰੈਂਸਿਸ ਨੂੰ ਕਵਰ ਕਰਨਾ ਹੁੰਦਾ ਹੈ। ਸੋ ਇਹਦੇ ਵਿੱਚ ਆਪਾਂ ਕੀ ਦੇਖਾਂਗੇ, ਓਵਰਆਲ ਅਪੀਅਰੈਂਸ, ਕਿ ਓਵਰਆਲ ਕਿਵੇਂ ਦੀ ਤੁਹਾਡੀ ਅਪੀਅਰੈਂਸ ਹੈ, ਤੁਸੀਂ ਆਪਣੇ ਆਪ ਨੂੰ ਕਿਵੇਂ ਮੇਨਟੇਨ ਕਰਦੇ ਹੋ। ਦੈਨ ਡਰੈਸ ਕੋਡ, ਅਗਰ ਤੁਹਾਨੂੰ ਡਰੈਸ ਕੋਡ ਲੱਗਾ ਤੁਸੀਂ ਡਰੈਸ ਕੋਡ ਨੂੰ ਕਿਵੇਂ ਵੇਅਰ ਕਰਨਾ ਹੈ, ਡਰੈਸ ਕੋਡ ਨੂੰ ਫੋਲੋ ਕਰਨਾ ਹੈ। ਹੇਅਰ, ਤੁਹਾਡੇ ਹੇਅਰਸ ਇੰਟੈਕਟ ਹੋਣੇ ਚਾਹੀਦੇ ਨੇ ਕਿ ਤੁਹਾਡੇ ਹੇਅਰ ਹੈ ਉਹ ਤੁਹਾਡੇ ਸੈੱਟ ਨੋਰਮਸ ਦੇ ਅਕੋਰਡਿੰਗ, ਐਵੇਂ ਨਹੀਂ ਤੁਸੀਂ ਕਦੀ ਵੀ ਵਲਗਰ ਨਹੀਂ ਲੱਗਣੇ ਚਾਹੀਦੇ ਕਿਸੇ ਵੀ ਤਰੀਕੇ ਨਾਲ। ਆਈਡੈਂਟੀਟੀ ਕਾਰਡ ਵਿਦ ਕੰਪਨੀ ਲੋਗੋ ਯੂ ਸ਼ੁੱਡ ਆਲਸੋ ਬੀ ਵੇਅਰਿੰਗ, ਕਿ ਤੁਸੀਂ ਆਪਣੇ ਆਈਡੈਂਟੀਟੀ ਕਾਰਡ ਨੂੰ ਕੰਪਨੀ ਦੇ ਲੋਗੋ ਦੇ ਨਾਲ ਲੱਗਾ ਹੁੰਦਾ ਉਹ ਵੇਅਰ ਕਰਨਾ ਜ਼ਰੂਰੀ ਹੁੰਦਾ ਤਾਂ ਕਿ ਤੁਸੀਂ ਆਈਡੈਂਟੀਫਾਈ ਹੋ ਸਕੋ ਕਿ ਹਾਂ ਤੁਸੀਂ ਇਸ ਜਗ੍ਹਾ ਦੇ ਵਿੱਚ ਕੰਮ ਕਰਦੇ ਹੋ। ਬੋਡੀ ਲੈਂਗੁਏਜ, ਜਿਹੜੀ ਤੁਹਾਡੀ ਬੋਡੀ ਲੈਂਗੁਏਜ ਹੈ ਉਹ ਐਪਰੋਪ੍ਰੀਏਟ ਹੋਣੀ ਚਾਹੀਦੀ ਹੈ। ਕੋਸਮੈਟਿਕਸ, ਕਦੀ ਵੀ ਜਿਹੜਾ ਤੁਸੀਂ ਕੋਸਮੈਟਿਕਸ ਹੈ ਓਵਰਡੂ ਨਾ ਕੀਤੇ ਹੋਣ, ਕਿ ਜਿਹੜਾ ਵੀ ਤੁਹਾਡਾ ਮੇਕਅਪ ਹੈ ਉਹ ਲਾਈਟ ਹੋਣਾ ਚਾਹੀਦਾ ਹੈ ਔਰ ਸਟਲ ਹੋਣਾ ਚਾਹੀਦਾ, ਕਦੀ ਵੀ ਟੈਕੀ ਜਾਂ ਓਵਰਡੂ ਨਹੀਂ ਹੋਣਾ ਚਾਹੀਦਾ। ਟੈਟੂਜ਼ ਇਨਅਪਰੋਪ੍ਰੀਏਟ ਟੈਟੂਜ਼ ਨਹੀਂ ਹੋਣੇ ਚਾਹੀਦੇ। ਜਿਹੜੇ ਟੈਟੂਜ਼ ਹੈ ਵਰਕ ਕਲਚਰ ਦੇ ਵਿੱਚ ਨਹੀਂ ਪਸੰਦ ਕੀਤੇ ਜਾਂਦੇ, ਸੋ ਟੈਟੂਜ਼ ਨੂੰ ਅਵੋਇਡ ਕਰਨਾ ਚਾਹੀਦਾ ਹੈ। ਦੈਨ ਆਉਂਦਾ ਹੈ ਪ੍ਰੀਕੋਸ਼ਨਸ ਟੂ ਬੀ ਟੇਕਨ ਬਾਏ ਮੇਲ ਸਟਾਫ। ਜਿਹੜਾ ਮੇਲ ਸਟਾਫ ਹੈ ਉਹਨੇ ਵੀ ਲੇਡੀਜ਼ ਦੇ ਨਾਲ ਡੀਲ ਕਰਨਾ ਹੁੰਦਾ ਹੈ, ਸੋ ਬਹੁਤ ਸਾਰੀਆਂ ਪ੍ਰੋਬਲਮਸ ਆ ਜਾਂਦੀਆਂ। ਸੋ ਆਪਣੀ ਸੁਸਾਇਟੀ ਨੋਰਮਸ ਨੂੰ ਧਿਆਨ ਰੱਖਦੇ ਹੋਏ ਕੁਝ ਪ੍ਰੀਕੋਸ਼ਨਸ ਮੇਲ ਸਟਾਫ ਦੇ ਲਈ ਉਹਨਾਂ ਨੂੰ ਵੀ ਰੱਖਣੀਆਂ ਪੈਂਦੀਆਂ ਹਨ। ਦ ਟੋਟਲ ਸਟਾਫ ਆਫ ਦ ਰਿਟੇਲ ਸਟੋਰ ਸ਼ੁੱਡ ਬੀ ਆਫ ਕੌਸ਼ੀਅਸ ਆਫ ਅਪੀਅਰੈਂਸ ਐਂਡ ਬਿਹੇਵੀਅਰ ਇਨ ਦਾ ਸਟੋਰ, ਕਿ ਉਹਨਾਂ ਦੀ ਅਪੀਅਰੈਂਸ ਔਰ ਉਹਨਾਂ ਦੀ ਬਿਹੇਵੀਅਰ ਕਿੱਦਾਂ, ਉਹ ਤਾਂ ਪੂਰੇ ਸਟਾਫ ਨੂੰ ਹੀ ਦੇਖਣਾ ਪੈਂਦਾ ਹੈ। ਪਰ ਜਿਹੜਾ ਮੇਲ ਸਟਾਫ ਹੈ ਉਹਨਾਂ ਨੂੰ ਕੁਝ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਹੈ। ਦ ਪ੍ਰਿਸਕ੍ਰਾਈਬਡ ਯੂਨੀਫਾਰਮ ਸ਼ੁੱਡ ਬੀ ਨੀਟ ਐਂਡ ਕਲੀਨ ਐਂਡ ਆਇਰਨ, ਕਿ ਜਿਹੜੀ ਵੀ ਤੁਹਾਡੀ ਯੂਨੀਫਾਰਮ ਹੈ ਨੀਟ ਕਲੀਨ ਹੋਵੇ, ਆਇਰਨ ਹੋਵੇ ਪ੍ਰੋਪਰ। ਹੇਅਰ ਮਸਟ ਬੀ ਸ਼ਾਰਟ, ਕਲੀਨ ਐਂਡ ਟਾਈਡੀ, ਜਿਹੜੇ ਤੁਹਾਡਾ ਹੇਅਰ ਹੈ ਕੱਟੇ ਹੋਏ ਹੋਣ, ਵਾਲ ਛੋਟੇ ਹੋਣ, ਟਾਈਡੀ ਹੋਣ, ਸਾਫ ਸੁਥਰੇ ਹੋਣ। ਵਨ ਇਜ਼ ਐਕਸਪੈਕਟਡ ਟੂ ਹੈਵ ਅ ਕਲੀਨ ਸ਼ੇਵਨ ਲੁੱਕ, ਕਿ ਜਦੋਂ ਆਪਾਂ ਰਿਟੇਲ ਆਰਗੇਨਾਈਜੇਸ਼ਨ ਦੇ ਵਿੱਚ ਕੰਮ ਕਰਦੇ ਹਾਂ ਤਾਂ ਜਿਹੜੇ ਮਤਲਬ ਜ਼ਿਆਦਾਤਰ ਕਲੀਨ ਸ਼ੇਵਨ ਲੁੱਕ ਪ੍ਰੈਫਰ ਕੀਤੀ ਜਾਂਦੀ ਹੈ। ਅਗਰ ਕਿਸੇ ਰਿਲੀਜਨ ਦੇ ਵਿੱਚ ਕੋਈ ਅਲੱਗ ਕਲਚਰ ਹੈ ਉਹਨਾਂ ਨੂੰ ਐਕਸੈਪਸ਼ਨਸ ਦੇ ਕੇ ਬਾਕੀ ਸਾਰੀਆਂ ਚੀਜ਼ਾਂ ਦੇ ਲਈ ਮਤਲਬ ਇਹੀ ਸੈੱਟ ਨੋਰਮਸ ਹੁੰਦੇ ਆ ਕਿ ਕਲੀਨ ਸ਼ੇਵਨ ਲੁੱਕ ਹੋਵੇ। ਬਟ ਅਗਰ ਰਿਲੀਜਨ ਜਾਂ ਕਲਚਰ ਦੇ ਅਕੋਰਡਿੰਗ ਕੁਝ ਵੀ ਹੈ ਦੈਨ ਉਹਨਾਂ ਚੀਜ਼ਾਂ ਦੀ ਐਕਸੈਪਸ਼ਨ ਵੀ ਦਿੱਤੀ ਜਾਂਦੀ ਹੈ ਆਰਗੇਨਾਈਜੇਸ਼ਨ ਦੇ ਵਿੱਚ। ਨੇਲਸ ਸ਼ੁੱਡ ਬੀ ਕੱਟ ਔਰ ਟ੍ਰਿਮ ਨੀਟਲੀ ਐਟ ਰੈਗੂਲਰ ਇੰਟਰਵਲਸ, ਜਿਹੜੇ ਨੇਲਸ ਹੈ ਕੱਟ ਹੋਣੇ ਚਾਹੀਦੇ ਆ, ਟ੍ਰਿਮਡ ਹੋਣੇ ਚਾਹੀਦੇ ਆ ਤਾਂ ਕਿ ਕੋਈ ਕਿਸੇ ਦੇ ਚੁੱਭ ਨਾ ਸਕੇ ਜਾਂ ਕਿਸੇ ਚੀਜ਼ ਦੇ ਵਿੱਚ ਨਾ ਵੱਜ ਸਕੇ ਜਾਂ ਫਟ ਨਾ ਸਕੇ ਨਾ। ਸੋ ਉਸ ਅਕੋਰਡਿੰਗ ਉਹਨਾਂ ਚੀਜ਼ਾਂ ਦਾ ਵੀ ਧਿਆਨ ਰੱਖਣਾ ਪੈਂਦਾ ਹੈ। ਅਵੋਇਡ ਈਅਰਿੰਗਸ ਐਂਡ ਬ੍ਰੇਸਲੇਟਸ ਡਿਊਰਿੰਗ ਆਫੀਸ਼ੀਅਲ ਆਵਰਸ, ਕਿ ਈਅਰਿੰਗਸ ਔਰ ਬ੍ਰੇਸਲੇਟ ਨੂੰ ਆਫੀਸ਼ੀਅਲ ਆਵਰਸ ਦੇ ਵਿੱਚ ਅਵੋਇਡ ਕਰਨਾ ਹੁੰਦਾ ਹੈ। ਪ੍ਰੀਕੋਸ਼ਨਸ ਟੇਕਨ ਬਾਏ ਫੀਮੇਲ ਸਟਾਫ ਦੇ ਵੀ ਕੁਝ ਪ੍ਰੀਕੋਸ਼ਨਸ ਟੇਕ ਕਰਨੀਆਂ ਹੁੰਦੀਆਂ ਹਨ। ਫੀਮੇਲ ਸਟਾਫ ਵਿਦ ਲੌਂਗ ਹੇਅਰ ਸ਼ੁੱਡ ਟਾਈ ਦੇਅਰ ਹੇਅਰ ਐਟ ਆਲ ਟਾਈਮਸ ਡਿਊਰਿੰਗ ਅਫੀਸ਼ੀਅਲ ਆਵਰਸ। ਜਦੋਂ ਅਫੀਸ਼ੀਅਲ ਆਵਰਸ ਹੁੰਦੇ ਹਨ ਇੱਕ ਰਿਟੇਲ ਆਰਗੇਨਾਈਜੇਸ਼ਨ ਦੇ, ਜਦੋਂ ਤੁਸੀਂ ਕੰਮ ਕਰਦੇ ਸਮੇਂ ਅਗਰ ਕਿਸੇ ਦੇ ਲੌਂਗ ਹੇਅਰ ਨੇ ਤਾਂ ਹਮੇਸ਼ਾ ਪ੍ਰੋਪਰਲੀ ਟਾਈਡ ਹੋਣੇ ਚਾਹੀਦੇ ਹਨ। ਨੋ ਫਲਾਵਰਸ ਹੁਕਡ ਔਨ ਦਾ ਹੇਅਰ ਆਰ ਡਿਜ਼ਾਇਰੇਬਲ, ਕਿ ਕਿਸੇ ਵੀ ਤਰ੍ਹਾਂ ਦੀ ਅਸੈਸਰੀ ਨਹੀਂ ਯੂਜ਼ ਕੀਤੀ ਹੋਣੀ ਚਾਹੀਦੀ। ਅਵੋਇਡ ਡਾਰਕ ਕਲਰ ਨੇਲ ਪੇਂਟਸ ਐਂਡ ਲੌਂਗ ਨੇਲਸ। ਨੋ ਹੈਵੀ ਜੁਐਲਰੀ ਸ਼ੁੱਡ ਬੀ ਵੋਰਨ। ਡਾਰਕ ਨੇਲ ਪੇਂਟਸ ਅਤੇ ਲੰਬੇ ਨੇਲਸ ਨੂੰ ਅਵੋਇਡ ਕਰਨਾ ਚਾਹੀਦਾ ਹੈ ਅਤੇ ਹੈਵੀ ਜੁਐਲਰੀ ਵੀ ਨਹੀਂ ਪਾਈ ਹੋਣੀ ਚਾਹੀਦੀ। ਡੋਂਟ ਵੀਅਰ ਡੈਂਗਲਿੰਗ ਏਅਰਿੰਗਸ, ਨੋਇਜ਼ੀ ਐਂਕਲੇਟਸ ਐਂਡ ਬੈਂਗਲਸ ਔਨ ਦਾ ਫਲੋਰ, ਕਿ ਕੋਈ ਵੀ ਇੱਦਾਂ ਦੀ ਚੀਜ਼ ਡੈਂਗਲਿੰਗ ਏਅਰਿੰਗਸ ਜਿਹੜਿਆਂ ਦੀ ਨੋਇਸ ਹੋਵੇ ਜਾਂ ਐਂਕਲੈਂਟਸ ਹੋ ਗਏ ਜਾਂ ਬੈਂਗਲਸ ਹੋ ਗਈਆਂ, ਇੱਦਾਂ ਦੀਆਂ ਚੀਜ਼ਾਂ ਨਹੀਂ ਵੇਅਰ ਕਰਨੀਆਂ ਜਿਨ੍ਹਾਂ ਦੀ ਕਿ ਆਵਾਜ਼ ਆਵੇ, ਕਿਉਂਕਿ ਵਰਕ ਐਨਵਾਇਰਨਮੈਂਟ ਦੇ ਵਿੱਚ ਇੱਦਾਂ ਦੀਆਂ ਚੀਜ਼ਾਂ ਅੱਛੀਆਂ ਨਹੀਂ ਲੱਗਦੀਆਂ। ਅਪਲਾਈ ਲਾਈਟ ਮੇਕਅਪ, ਜਿਹੜਾ ਤੁਹਾਡਾ ਮੇਕਅਪ ਆ ਆਲਵੇਜ਼ ਲਾਈਟ ਹੋਣਾ ਚਾਹੀਦਾ ਹੈ। ਬਿਹੇਵੀਅਰ ਇਨ ਦਾ ਆਰਗੇਨਾਈਜੇਸ਼ਨ, ਕਿ ਆਰਗੇਨਾਈਜੇਸ਼ਨ ਦੇ ਵਿੱਚ ਕਿਵੇਂ ਦਾ ਬਿਹੇਵੀਅਰ ਕਰਨਾ ਹੁੰਦਾ ਹੈ। ਅ ਸੈਟਿਸਫਾਈਡ ਕਸਟਮਰ ਕੰਟਰੀਬਿਊਟਸ ਟੂ ਰਿਟੇਲ ਰੈਵਨਿਊ ਫॉर ਈਅਰਸ ਬਾਈ ਹਿਜ਼ ਔਰ ਹਰ ਪਰਚੇਜ਼ ਇਟ ਐਂਡ ਬਾਈ ਰੈਕਮੈਂਡੇਸ਼ਨਸ ਐਂਡ ਰੈਫਰਲ ਟੂ ਦਾ other customers. Now let us try to understand various aspects of effective behavior and dealing with customer, colleagues and superior. ਕਹਿੰਦੇ ਕਿ ਜਿਹੜਾ ਇੱਕ ਸੈਟਿਸਫਾਈਡ ਕਸਟਮਰ ਹੈ, ਅਸੀਂ ਕਸਟਮਰ ਸਰਵਿਸ ਦੀ ਗੱਲ ਕਰ ਰਹੇ ਸੀ ਤਾਂ ਉਹਦੇ ਵਿੱਚ ਜਿਹੜਾ ਸੈਟਿਸਫਾਈਡ ਕਸਟਮਰ ਹੈ ਉਹ ਤਾਂ ਸਾਡਾ ਰਿਟੇਲ ਰੈਵਨਿਊ ਵਧਾਏਗਾ,
ਠੀਕ ਹੈ, ਉਹ ਆਪਣੀਆਂ ਪਰਚੇਜ਼ ਕਰੇਗਾ, ਠੀਕ ਹੈ, ਹੋਰਾਂ ਨੂੰ ਰੈਕਮੈਂਡੇਸ਼ਨ ਦੇਗਾ ਅਤੇ ਸਾਡੇ ਕਸਟਮਰਸ ਨੂੰ ਹੋਰ ਜ਼ਿਆਦਾ ਰੈਫਰ ਕਰਕੇ ਸਾਡਾ ਕਸਟਮਰ ਬੇਸ ਵਧਾਏਗਾ। ਹੁਣ ਅਸੀਂ ਇਹ ਦੇਖਣਾ ਹੈ ਕਿ ਅਸੀਂ ਬਿਜ਼ਨਸ ਔਰਗਨਾਈਜੇਸ਼ਨ ਦੇ ਵਿੱਚ ਕਿਵੇਂ ਇਫੈਕਟਿਵਲੀ ਬਿਹੇਵ ਕਰਨਾ ਔਰ ਡੀਲ ਕਰਨਾ ਆਪਣੇ ਕਸਟਮਰਸ ਦੇ ਨਾਲ, ਆਪਣੇ ਕਲੀਗਸ ਦੇ ਨਾਲ ਔਰ ਆਪਣੇ ਸੁਪੀਰੀਅਰਸ ਨਾਲ, ਕਿਉਂਕਿ ਜਦੋਂ ਅਸੀਂ ਵਰਕ ਇਨਵਾਇਰਮੈਂਟ ਦੇ ਵਿੱਚ ਡੀਲ ਕਰਦੇ ਹਾਂ ਤਾਂ ਕਸਟਮਰ ਦੇ ਨਾਲ ਤਾਂ ਅਸੀਂ ਡੀਲ ਕਰਦੇ ਹਾਂ, ਅਸੀਂ ਆਪਣੇ ਕਲੀਗਸ ਦੇ ਨਾਲ ਜਿਨ੍ਹਾਂ ਦੇ ਨਾਲ ਅਸੀਂ ਕੰਮ ਕਰਦੇ ਹਾਂ ਔਰ ਆਪਣੇ ਸੀਨੀਅਰਸ ਜਿਹੜੇ ਕਿ ਸਾਡੇ ਸੁਪੀਰੀਅਰਸ ਆ ਉਹਨਾਂ ਦੇ ਨਾਲ ਵੀ ਡੀਲ ਕਰਦੇ ਹਾਂ। ਸੋ ਅਸੀਂ ਪੜ੍ਹਾਂਗੇ ਕਿ ਇਹਨਾਂ ਸਾਰਿਆਂ ਦੇ ਨਾਲ ਸਾਡਾ ਬਿਹੇਵੀਅਰ ਕਿਵੇਂ ਦਾ ਹੋਣਾ ਚਾਹੀਦਾ ਹੈ। ਡੀਲਿੰਗ ਵਿਦ ਦ ਕਸਟਮਰ, ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਡੀਲਿੰਗ ਵਿਦ ਕਸਟਮਰਸ। ਐਜ਼ ਵੀ ਨੋ ਅ ਕਸਟਮਰ ਇਜ਼ ਦ ਕਿੰਗ ਆਫ ਦ ਮਾਰਕੀਟ, ਸੋ ਐਵਰੀ ਇੰਪਲੋਈ ਆਫ ਦ ਰਿਟੇਲ ਸਟੋਰ ਸ਼ੁੱਡ ਬਿਹੇਵ ਜੈਂਟਲੀ ਵਿਦ ਦ ਕਸਟਮਰਸ। ਕਹਿੰਦੇ ਕਿ ਜਿੱਦਾਂ ਕਿ ਅਸੀਂ ਜਾਣਦੇ ਹਾਂ ਕਿ ਜਿਹੜਾ ਕਸਟਮਰ ਹੈ ਉਹ ਕਿੰਗ ਹੈ ਮਾਰਕੀਟ ਦਾ, ਸੋ ਹਰ ਇੱਕ ਇੰਪਲੋਈ ਨੂੰ ਉਹਦੇ ਨਾਲ ਬਹੁਤ ਹੀ ਜੈਂਟਲੀ ਬਿਹੇਵ ਕਰਨਾ ਚਾਹੀਦਾ ਹੈ। ਐਵਰੀ ਸੇਲਸਮੈਨ ਸ਼ੁੱਡ ਐਨਕਾਊਂਟਰ, ਮੀਟ ਔਰ ਟਾਕ ਟੂ ਦ ਕਸਟਮਰ। ਹਰ ਇੱਕ ਸੇਲਸਮੈਨ ਨੂੰ ਚਾਹੀਦਾ ਕਿ ਕਸਟਮਰ ਦੇ ਕੋਲ ਜਾ ਕੇ ਉਹਨੂੰ ਮੀਟ ਔਰ ਗ੍ਰੀਟ ਕਰੇ ਔਰ ਉਹਦੇ ਨਾਲ ਗੱਲ ਕਰੇ। ਟਰੀਟ ਐਵਰੀਵਨ ਵਿਦ ਰਿਸਪੈਕਟ ਐਂਡ ਡਿਗਨਿਟੀ। ਜਿਹੜਾ ਵੀ ਕਸਟਮਰ ਆ ਰਿਹਾ ਉਹ ਜਿਹੜੇ ਵੀ ਏਜ ਗਰੁੱਪ ਦਾ ਹੋਵੇ, ਜਿਹੜੀ ਵੀ ਕਮਿਊਨਿਟੀ ਦਾ ਹੋਵੇ, ਜਿਹੜੇ ਵੀ ਸੋਸ਼ਲ ਗਰੁੱਪ ਦਾ ਹੋਵੇ, ਉਹਨੂੰ ਉਹਦੇ ਨਾਲ ਰਿਸਪੈਕਟ ਔਰ ਪੂਰੀ ਡਿਗਨਿਟੀ ਦੇ ਨਾਲ ਗੱਲ ਕਰਨੀ ਚਾਹੀਦੀ ਹੈ। The staff should be aware of the trends, changes taking place in the market, taste and habits of the customer। ਜਿਹੜਾ ਵੀ ਸਟਾਫ ਹੈ ਰਿਟੇਲ ਸਟੋਰ ਦਾ ਉਹਨੂੰ ਪ੍ਰੋਪਰ ਪਤਾ ਹੋਣਾ ਚਾਹੀਦਾ ਹੈ, ਅਵੇਅਰ ਹੋਣਾ ਚਾਹੀਦਾ ਕਿ ਕਿੱਦਾਂ ਦੇ ਟਰੈਂਡ ਚੱਲ ਰਹੇ ਨੇ, ਕਿਹੜੀਆਂ ਚੇਂਜਿਸ ਆ ਗਈਆਂ ਚੀਜ਼ਾਂ ਦੇ ਵਿੱਚ ਔਰ ਕਿੱਦਾਂ ਦਾ ਟੇਸਟ ਔਰ ਹੈਬਿਟਸ ਕਸਟਮਰ ਦੀਆਂ ਕਿੱਦਾਂ ਦੇ ਨੇ। ਸੋ ਉਹਨਾਂ ਸਾਰੀਆਂ ਚੀਜ਼ਾਂ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ, ਤਾਂ ਹੀ ਤੁਸੀਂ ਆਪਣੇ ਕਸਟਮਰ ਨੂੰ ਵਧੀਆ ਤਰੀਕੇ ਨਾਲ ਡੀਲ ਕਰ ਸਕਦੇ ਹੋ। The staff should listen carefully and intently to their customers, ਡਿਮੋਨਸਟ੍ਰੇਟ ਰਿਸਪੈਕਟ। ਜਦੋਂ ਸਟਾਫ ਨੂੰ ਹਮੇਸ਼ਾ ਆਪਣੇ ਕਸਟਮਰ ਨੂੰ ਅਟੈਂਟਿਵਲੀ ਔਰ ਕੇਅਰਫੁਲੀ ਸੁਣਨਾ ਚਾਹੀਦਾ ਹੈ। ਇਹਦੇ ਨਾਲ ਕੀ ਆ, ਕਸਟਮਰ ਨੂੰ ਰਿਸਪੈਕਟ ਫੀਲ ਹੁੰਦੀ ਹੈ, ਉਹਨੂੰ ਇਹ ਫੀਲ ਹੁੰਦਾ ਕਿ ਉਹਨੂੰ ਚੰਗੀ ਤਰ੍ਹਾਂ ਸੁਣਿਆ ਗਿਆ ਔਰ ਉਹਨੂੰ ਇੱਕ ਫੀਲਿੰਗ ਆਫ ਕੰਸਰਨ ਵੀ ਫੀਲ ਹੁੰਦੀ ਹੈ। ਦ ਸੇਲਸਮੈਨ ਸ਼ੁੱਡ ਬੀ ਕੰਫਰਟੇਬਲ ਡਿਸਕਸਿੰਗ ਬੋਥ ਸਮੋਲ ਔਰ ਬਿਗ ਨੰਬਰ ਆਫ ਕਸਟਮਰਸ। ਕਹਿੰਦੇ ਕਿ ਜਿਹੜਾ ਸੇਲਸਮੈਨ ਹੈ ਉਹ ਹਮੇਸ਼ਾ ਹੀ ਉਹਨੂੰ ਕੰਫਰਟੇਬਲ ਹੋਣਾ ਚਾਹੀਦਾ, ਚਾਹੇ ਉਹ ਜ਼ਿਆਦਾ ਸਮੋਲ ਕਸਟਮਰਸ ਨਾਲ ਗੱਲ ਕਰ ਰਹੇ ਹੋ ਜਾਂ ਜ਼ਿਆਦਾ ਨੰਬਰ ਆਫ ਕਸਟਮਰਸ ਨਾਲ ਗੱਲ ਕਰ ਰਿਹਾ ਹੋਵੇ। ਸੋ ਉਹਨੂੰ ਹਮੇਸ਼ਾ ਪ੍ਰੋਐਕਟਿਵ ਔਰ ਫਿਜ਼ੀਕਲੀ ਫਿਟ ਔਰ ਵਾਰਮ ਵੈਲਕਮਿੰਗ ਨੇਚਰ ਦਾ ਹੋਣਾ ਚਾਹੀਦਾ ਵਿਦ ਗੁੱਡ ਕਮਿਊਨੀਕੇਸ਼ਨ ਸਕਿੱਲਸ, ਤਾਂ ਹੀ ਉਹ ਆਪਣੇ ਕਸਟਮਰਸ ਦੇ ਨਾਲ ਵਧੀਆ ਤਰੀਕੇ ਨਾਲ ਗੱਲ ਕਰ ਸਕੇਗਾ ਔਰ ਉਹਨਾਂ ਦੇ ਨਾਲ ਉਹਨਾਂ ਦੀ ਚੀਜ਼ਾਂ ਨੂੰ ਡਿਸਕਸ ਕਰ ਸਕੇਗਾ। Dealing with colleagues is a very important aspect. It builds a relationship between the colleagues। ਜਿੱਦਾਂ ਅਸੀਂ ਕਸਟਮਰ ਦੇ ਨਾਲ ਡੀਲ ਕਰਦੇ ਹਾਂ ਉਵੇਂ ਹੀ ਅਸੀਂ ਆਪਣੇ ਕਲੀਗਸ ਦੇ ਵਿੱਚ ਰਹਿੰਦੇ ਹਾਂ। ਸੋ ਸਾਨੂੰ ਆਪਣੇ ਕਲੀਗਸ ਦੇ ਨਾਲ ਵੀ ਬਹੁਤ ਅੱਛੇ ਤਰੀਕੇ ਨਾਲ ਡੀਲ ਕਰਨਾ ਚਾਹੀਦਾ ਹੈ। ਇਸ ਦੇ ਨਾਲ ਕੀ ਹੈ, ਜਿਹੜਾ ਸਾਡਾ ਰਿਲੇਸ਼ਨਸ਼ਿਪ ਹੈ ਅੱਛਾ ਬਿਲਡਅਪ ਹੁੰਦਾ ਹੈ। ਅ ਸੇਲਸ ਪਰਸਨ ਸ਼ੁੱਡ ਬਿਹੇਵ ਡੀਸੈਂਟਲੀ ਐਂਡ ਪੋਲਾਈਟਲੀ ਵਿਦ ਹਿਜ਼ ਔਰ ਹਰ ਕਲੀਗਸ ਇਨ ਦਾ ਆਰਗੇਨਾਈਜੇਸ਼ਨ। ਜਿਹੜਾ ਇੱਕ ਸੇਲਸ ਪਰਸਨ ਹੈ ਉਹਨੂੰ ਚਾਹੀਦਾ ਹੈ ਕਿ ਆਪਣੇ ਕਲੀਗਸ ਦੇ ਨਾਲ ਸਹੀ ਤਰੀਕੇ ਦੇ ਨਾਲ ਗੱਲ ਕਰੇ ਔਰ ਡੀਸੈਂਟਲੀ ਗੱਲ ਕਰੇ। ਉਸ ਦੇ ਨਾਲ ਕੀ ਹੈ, ਰਿਲੇਸ਼ਨਸ਼ਿਪ ਅੱਛਾ ਰਹਿੰਦਾ ਹੈ। ਬੀਇੰਗ ਓਵਰ ਕੰਪੀਟੀਟਿਵ ਸ਼ੁੱਡ ਬੀ ਅਵੋਇਡਡ, ਦਿਸ ਇਜ਼ ਦ ਨੈਗੇਟਿਵ ਥਿੰਗ। ਜ਼ਿਆਦਾ ਓਵਰ ਕੰਪੀਟੀਟਿਵ ਨਹੀਂ ਹੋਣਾ ਚਾਹੀਦਾ। ਅੱਜ ਕੱਲ੍ਹ ਦਾ ਕੰਪੀਟੀਸ਼ਨ ਦਾ ਵਰਲਡ ਹੈ, ਅਸੀਂ ਬਾਹਰ ਵੀ ਕੰਪੀਟੀਸ਼ਨ ਕਰਦੇ ਹਾਂ, ਇੰਟਰਨਲੀ ਵੀ ਕੰਪੀਟੀਸ਼ਨ ਚੱਲਦਾ ਹੈ, ਕਿਉਂਕਿ ਸੇਲਸ ਹੈ, ਤੁਸੀਂ ਪ੍ਰਮੋਸ਼ਨਸ ਵੀ ਲੈਣੀਆਂ, ਇਨਸੈਂਟਿਵਸ ਔਰ ਰਿਵਾਰਡਸ ਵੀ ਲੈਣੇ ਆ। ਸੋ ਆਪਸ ਦੇ ਵਿੱਚ ਵੀ ਕੰਪੀਟੀਸ਼ਨ ਹੁੰਦਾ ਹੈ, ਬਟ ਉਹਨੂੰ ਕਦੇ ਵੀ ਓਵਰ ਕੰਪੀਟੀਟਿਵ ਬਿਹੇਵੀਅਰ ਨਹੀਂ ਦਿਖਾਉਣਾ ਚਾਹੀਦਾ, ਜਿਸ ਦੇ ਨਾਲ ਕੀ ਹੈ, ਨੈਗੇਟਿਵ ਮਾਹੌਲ ਬਣਦਾ ਹੈ। ਸੋ ਟਰਾਈ ਵਰਕਿੰਗ ਵਿਦ ਰੈਦਰ ਦੈਨ ਅਗੇਂਸਟ ਓਪਨਲੀ ਕੰਪੀਟੀਟਿਵ ਕਲੀਗਸ। ਓਪਨਲੀ ਕੰਪੀਟੀਟਿਵ ਰਹਿਣਾ ਚਾਹੀਦਾ ਹੈ ਕਿ ਹੈਲਦੀ ਇੱਕ ਇਨਵਾਇਰਮੈਂਟ ਰੱਖੋ। ਕੰਪੀਟੀਸ਼ਨ, ਹਰ ਇੱਕ ਨੇ ਆਪਣੇ ਟਾਰਗੇਟਸ ਪੂਰੇ ਕਰਨੇ ਆ, ਹਰ ਇੱਕ ਨੇ ਗਰੋ ਕਰਨਾ ਹੈ, ਸੋ ਉਹਨੂੰ ਪੋਜ਼ੀਟਿਵਲੀ ਲਓ। ਅਵੋਇਡ ਮਿਸਅੰਡਰਸਟੈਂਡਿੰਗਸ ਵਿਦ ਕਲੀਗਸ, ਆਪਣੇ ਜਿਹੜੇ ਕਲੀਗਸ ਆ ਉਹਨਾਂ ਦੇ ਨਾਲ ਮਿਸਅੰਡਰਸਟੈਂਡਿੰਗਸ ਨੂੰ ਅਵੋਇਡ ਕਰੋ। ਟਰਾਈ ਪ੍ਰੇਜ਼ਿੰਗ ਦਾ ਕੰਪੀਟੀਟਿਵ ਕੋ ਵਰਕਰ ਫॉर ਵਰਕ ਵੈਲ ਡਨ। ਜਿਹੜਾ ਵੀ ਤੁਹਾਡਾ ਕੰਪੀਟੀਟਿਵ ਕੋ ਵਰਕਰ ਹੈ ਉਹਨੂੰ ਉਹਦੇ ਅੱਛੇ ਕੰਮ ਦੇ ਲਈ ਪ੍ਰੇਜ਼ ਕਰੋ। ਇਹਦੇ ਨਾਲ ਕੀ ਹੈ ਕਿ ਤੁਹਾਡਾ ਆਪਸੀ ਰਿਲੇਸ਼ਨਸ਼ਿਪ ਹੈਲਦੀ ਰਹੇਗਾ। ਟੇਕ ਕੰਪੀਟੀਸ਼ਨ ਪੋਜ਼ੀਟਿਵਲੀ ਨਾਟ ਪਰਸਨਲੀ। ਕਦੀ ਵੀ ਕੰਪੀਟੀਸ਼ਨ ਨੂੰ ਪਰਸਨਲੀ ਨਹੀਂ ਲੈਣਾ, ਪੋਜ਼ੀਟਿਵਲੀ ਲੈਣਾ ਹੈ, ਕਿਉਂਕਿ ਕੰਪੀਟੀਸ਼ਨ ਹੈ, ਕੰਪੀਟੀਸ਼ਨ ਦੇ ਵਿੱਚ ਕਦੀ ਅਸੀਂ ਜਿੱਤਦੇ ਹਾਂ, ਕਦੀ ਹਾਰਦੇ ਹਾਂ। ਸੋ ਜਿੱਤ ਹਾਰ ਇੰਨੀ ਮੈਟਰ ਨਹੀਂ ਕਰਦੀ, ਇਹ ਮੈਟਰ ਕਰਦਾ ਹੈ ਕਿ ਅਸੀਂ ਵਰਕ ਕੀਤਾ। ਸੋ ਆਪਣੇ ਵਰਕ ਨੂੰ ਆਪਣੀ ਗਰੋਥ ਦੇ ਟੁਵਰਡ ਕਰੋ। ਤੁਹਾਡਾ ਕੰਪੀਟੀਸ਼ਨ ਸਿਰਫ ਤੁਹਾਡੇ ਨਾਲ ਹੋਣਾ ਚਾਹੀਦਾ ਹੈ ਕਿ ਤੁਸੀਂ ਕੀ ਕਰ ਰਹੇ ਹੋ, ਖੁਦ ਕਿਵੇਂ ਗਰੋ ਕਰੋਗੇ। ਅੱਜ ਇੰਨਾ ਕੰਮ ਕੀਤਾ ਹੈ, ਅੱਜ ਦੋ ਕੰਮ ਕੀਤੇ ਨੇ ਤਾਂ ਕੱਲ੍ਹ 4 ਕਿਵੇਂ ਕਰਨੇ ਆ। ਜਦੋਂ ਤੁਸੀਂ 4 ਕਰ ਲਓਗੇ ਦੈਨ ਤੁਸੀਂ ਆਪਣੇ ਨਾਲ ਹੀ ਕੰਪੀਟੀਸ਼ਨ ਦੇ ਵਿੱਚ ਜਿੱਤ ਜਾਓਗੇ। ਸੋ ਆਪਣੇ ਨਾਲ ਕੰਪੀਟੀਸ਼ਨ ਰੱਖੋ, ਅੱਛਾ ਮਾਹੌਲ ਬਣਾ ਕੇ ਰੱਖੋ, ਤਾਂ ਵਰਕ ਇਨਵਾਇਰਮੈਂਟ ਅੱਛਾ ਹੋਏਗਾ, ਤਾਂ ਤੁਸੀਂ ਅੱਛੇ ਤਰੀਕੇ ਦੇ ਨਾਲ ਕਸਟਮਰਸ ਦੇ ਨਾਲ ਵੀ ਡੀਲ ਕਰ ਸਕੋਗੇ।
ਡੀਲਿੰਗ ਵਿਦ ਸੁਪੀਰੀਅਰਸ ਵੀ ਬਹੁਤ ਇੰਪੋਰਟੈਂਟ ਪਾਰਟ ਹੈ, ਕਿਉਂਕਿ ਜਿਹੜੇ ਤੁਹਾਡੇ ਸੁਪੀਰੀਅਰਸ ਨੇ ਉਹ ਤੁਹਾਨੂੰ ਹੈਂਡਲ ਕਰਦੇ ਨੇ, ਕੰਟਰੋਲ ਕਰਦੇ ਨੇ। ਸੋ ਸੁਪੀਰੀਅਰਸ ਨੂੰ ਡੀਲ ਕਰਨਾ ਇਹ ਵੀ ਬੜੀ ਉਹ ਇੰਪੋਰਟੈਂਟ ਚੀਜ਼ ਹੁੰਦੀ ਆਰਗੇਨਾਈਜੇਸ਼ਨ ਦੇ ਵਿੱਚ। ਇੱਕ ਅੱਛੀ ਰੈਪੋਰਟ ਦੇ ਲਈ ਇੱਕ ਆਰਗੇਨਾਈਜੇਸ਼ਨ ਦੇ ਵਿੱਚ ਜਿਹੜਾ ਵੀ ਵਰਕਰ ਹੈ ਉਹਦੀ ਅੱਛੀ ਰੈਪੋਰਟ ਉਹਦੇ ਸੁਪੀਰੀਅਰਸ ਦੇ ਸਾਹਮਣੇ ਹੋਣੀ ਚਾਹੀਦੀ ਹੈ, ਕਿਉਂਕਿ ਉਹਨਾਂ ਦੇ ਕੋਲ ਹੀ ਰਿਪੋਰਟਸ ਆਉਂਦੀਆਂ ਨੇ, ਫੀਡਬੈਕਸ ਆਉਂਦੀਆਂ ਨੇ, ਦੈਨ ਅੱਗੇ ਪ੍ਰਮੋਸ਼ਨਸ ਦੇ ਲਈ ਇਹ ਸਾਰੀਆਂ ਚੀਜ਼ਾਂ ਕੰਮ ਆਉਂਦੀਆਂ। ਸੋ ਉਹ ਵੀ ਅੱਛਾ ਹੋਣਾ ਚਾਹੀਦਾ ਹੈ। ਡੀਲਿੰਗ ਵਿਦ ਸੁਪਰਵਾਈਜ਼ਰਸ ਇਜ਼ ਆਲਸੋ ਅਨਦਰ ਵੈਰੀ ਇੰਪੋਰਟੈਂਟ ਆਸਪੈਕਟ। It builds a relationship between the subordinate and the supervisor. The immediate superior is the boss of the subordinate. ਜਿਹੜਾ ਵੀ ਸਾਡਾ immediate superior ਹੁੰਦਾ ਉਹ ਸਾਡਾ boss ਹੁੰਦਾ ਹੈ। ਸੋ ਉਹਦੇ ਨਾਲ ਅਸੀਂ ਉਹਦੀ ਗੱਲ ਨੂੰ ਸੁਣਦੇ ਵੀ ਹਾਂ, ਸਮਝਦੇ ਵੀ ਹਾਂ, ਉਸਨੂੰ ਵੀ ਆਪਣੀ ਗੱਲ ਸਮਝਾਉਂਦੇ ਹਾਂ, ਕਿਉਂਕਿ ਉਹ ਸਾਨੂੰ ਕਮਾਂਡਸ ਦਿੰਦਾ ਹੈ, ਸਾਡੇ ਤੋਂ ਕੋਈ ਕੰਮ ਕਰਵਾਉਂਦਾ ਹੈ, ਤਾਂ ਉਹ ਕੰਮ ਕਰਵਾਉਣ ਵੇਲੇ ਉਹ ਸਾਡੀਆਂ ਪ੍ਰੋਬਲਮਸ ਨੂੰ ਵੀ ਸੋਲਵ ਕਰਦਾ। ਅਗਰ ਸਾਨੂੰ ਕੋਈ ਪ੍ਰੋਬਲਮ ਹੈ ਉਹ ਵੀ ਸੋਲਵ ਕਰਦਾ ਹੈ। ਸੋ ਜਿਹੜੇ ਸੁਪਰਵਾਈਜ਼ਰਸ ਨੇ ਜਨਰਲੀ ਸਾਨੂੰ ਕੰਟਰੋਲ ਕਰਦੇ ਨੇ ਜਿਹੜੇ ਵਰਕਰਸ ਨੂੰ। ਸੋ ਵਰਕਰਸ ਨੂੰ ਹਮੇਸ਼ਾ ਚਾਹੀਦਾ ਕਿ ਉਹਨਾਂ ਦੇ ਨਾਲ ਇੱਕ ਅੱਛਾ ਪੀਸਫੁਲ ਰਿਲੇਸ਼ਨਸ਼ਿਪ ਬਣਾ ਕੇ ਰੱਖਣ ਔਰ ਉਹਨਾਂ ਦੇ ਨਾਲ ਟਰੂ ਰਹਿਣ। ਜੋ ਵੀ ਉਹਨਾਂ ਨੂੰ ਵਰਕ ਅਸਾਈਨਡ ਹੁੰਦਾ ਹੈ ਵਰਕ ਨੂੰ ਟਾਈਮਲੀ ਕਰ ਲੈਣ, ਦੈਨ ਉਹਨਾਂ ਦਾ ਕੀ ਹੈ ਕੰਮ ਪੂਰਾ ਸਹੀ ਤਰੀਕੇ ਦੇ ਨਾਲ ਹੋ ਸਕਦਾ ਔਰ ਅੱਛਾ ਉਹਨਾਂ ਦਾ ਰਿਲੇਸ਼ਨਸ਼ਿਪ ਬਿਲਡਅਪ ਰਹੇਗਾ। ਹੁਣ ਸੈਸ਼ਨ 4 ਦੇ ਵਿੱਚ ਅਸੀਂ ਗੱਲ ਕਰਾਂਗੇ ਕਸਟਮਰ ਐਕਸਪੈਕਟੇਸ਼ਨ। ਕਸਟਮਰ ਕੀ ਚਾਹੁੰਦਾ ਹੈ, ਕਸਟਮਰ ਦੀ ਤੁਹਾਡੇ ਤੋਂ ਕੀ ਹੈ, ਮਤਲਬ ਕਿ ਕੀ ਇੱਛਾਵਾਂ ਰੱਖਦਾ ਹੈ ਕਿ ਕਸਟਮਰ ਦੀ ਨੀਡਸ ਨੂੰ ਤੁਸੀਂ ਕਿਵੇਂ ਪੂਰੀਆਂ ਕਰੋਗੇ। ਕਸਟਮਰ ਐਕਸਪੈਕਟੇਸ਼ਨ ਇਜ਼ ਦਾ ਟੋਟਲ ਪਰਸੀਵਡ ਵੈਲਿਊ ਫਰੋਮ ਦਾ ਪ੍ਰੋਡਕਟ ਔਰ ਸਰਵਿਸਿਜ਼। ਕਹਿੰਦੇ ਕਿ ਕਸਟਮਰ ਸਰਵਿਸ ਇਹ ਤੋਂ ਕਾਊਂਟ ਹੁੰਦੀ ਹੈ ਕਿ ਜੋ ਵੀ ਪ੍ਰੋਡਕਟ ਆ ਉਹਦੀ ਕੀ ਵੈਲਿਊ ਸੀ ਅਤੇ ਕੀ ਕਸਟਮਰ ਉਹ ਤੋਂ ਸਰਵਿਸ ਹੈ ਸੈਟਿਸਫਾਈਡ ਹੈ। ਇਫ ਦਾ ਐਕਚੁਅਲ ਐਕਸਪੀਰੀਅੰਸ ਆਫ ਕਸਟਮਰ ਵਿਦ ਗੁੱਡ ਇਜ਼ ਮੋਰ ਦੈਨ ਦਾ ਪਰਸੀਵਡ ਵੈਲਿਊ ਦੈਨ ਦਾ ਕਸਟਮਰ ਵਿਲ ਬੀ ਸੈਟਿਸਫਾਈਡ। ਅਗਰ ਕਸਟਮਰ ਨੇ ਕੋਈ ਵੀ ਪ੍ਰੋਡਕਟ ਜਾਂ ਸਰਵਿਸ ਲਈ ਹੈ ਉਹਦੇ ਵਿੱਚ ਜੋ ਵੀ ਉਹਨੇ ਅਮਾਊਂਟ ਪੇ ਕੀਤਾ ਹੈ, ਅਗਰ ਉਹ ਤੋਂ ਓਵਰਲੀ ਸੈਟਿਸਫਾਈਡ ਹੈ ਕਿ ਹਾਂ ਉਹਨੂੰ ਜ਼ਿਆਦਾ ਮਤਲਬ ਲੱਗਦਾ ਹੈ ਕਿ ਉਹਦਾ ਐਕਸਪੀਰੀਅੰਸ ਅੱਛਾ ਹੈ, ਦੈਨ ਉਹ ਸੈਟਿਸਫਾਈਡ ਹੈ। ਅਗਰ ਉਹਦਾ ਐਕਸਪੀਰੀਅੰਸ ਮਾੜਾ ਹੈ ਦੈਨ ਜਿਹੜਾ ਤੁਹਾਡਾ ਕਸਟਮਰ ਹੈ ਤੁਹਾਡੇ ਤੋਂ ਡਿਸਸੈਟਿਸਫਾਈਡ ਔਰ ਡਿਸਅਪੋਇੰਟਡ ਹੋ ਜਾਏਗਾ, ਕਿਉਂਕਿ ਜਦੋਂ ਕਸਟਮਰ ਨੂੰ ਇਹ ਲੱਗੇਗਾ ਕਿ ਜਿਹੜੀ ਵੀ ਚੀਜ਼ ਉਹਨੇ ਖਰੀਦੀ ਹੈ ਉਹਦੀ ਵੈਲਿਊ ਨਹੀਂ ਸੀ ਇੰਨੀ, ਜਾਂ ਉਹਦੀ ਕੁਆਲਿਟੀ ਨਹੀਂ ਅੱਛੀ, ਜਾਂ ਕੁਆਂਟਿਟੀ ਉਹਨੂੰ ਸਹੀ ਨਹੀਂ ਮਿਲੀ, ਦੈਨ ਕਸਟਮਰ ਨੂੰ ਓਬਵੀਅਸਲੀ ਡਿਸਅਪੋਇੰਟਮੈਂਟ ਆ ਜਾਏਗੀ ਔਰ ਕਸਟਮਰ ਤੁਹਾਡੇ ਤੋਂ ਹਟ ਜਾਏਗਾ। ਸੋ ਆਪਣੇ ਕਸਟਮਰ ਨੂੰ ਸੈਟਿਸਫਾਈਡ ਰੱਖਣ ਦੇ ਲਈ ਸਾਨੂੰ ਆਲਵੇਜ਼ ਕਸਟਮਰ ਦੀਆਂ ਐਕਸਪੈਕਟੇਸ਼ਨਸ 'ਤੇ ਪੂਰਾ ਉਤਰਨਾ ਪੈਂਦਾ ਹੈ। ਆਈਡੈਂਟੀਫਾਈਂਗ ਕਸਟਮਰ ਐਕਸਪੈਕਟੇਸ਼ਨ। ਕਸਟਮਰ ਦੇ ਐਕਸਪੈਕਟੇਸ਼ਨ ਨੂੰ ਕਿਵੇਂ ਆਈਡੈਂਟੀਫਾਈ ਕਰ ਸਕਦੇ ਹਾਂ। ਕੰਸੈਪਟ ਮੀਟਸ ਰਿਐਲਿਟੀ। ਕੰਸੈਪਟ, ਜੋ ਵੀ ਕੰਸੈਪਟ ਕਸਟਮਰ ਆਪਣੇ ਦਿਮਾਗ 'ਚ ਲੈ ਕੇ ਆਉਂਦਾ ਉਹਨੂੰ ਰਿਐਲਿਟੀ 'ਚ ਕਨਵਰਟ ਕਰ ਦਿਓ। ਸਪੋਜ਼ ਕਰੋ ਕੋਈ ਲੜਕੀ ਆਉਂਦੀ ਹੈ ਤੁਹਾਡੀ ਰਿਟੇਲ ਦੀ ਕਲੋਥਿੰਗ ਦੀ ਸ਼ਾਪ ਹੈ, ਉਹ ਕਹਿੰਦੀ ਕਿ ਮੈਨੂੰ ਇੱਦਾਂ ਦੀ ਡਰੈਸ ਇੱਦਾਂ ਦੇ ਓਕੇਜ਼ਨ ਲਈ ਚਾਹੀਦੀ ਹੈ। ਸੋ ਉਹ ਆਪਣੇ ਮਾਈਂਡ 'ਚ ਇੱਕ ਕੰਸੈਪਟ ਲੈ ਕੇ ਆਈ ਹੈ। ਸੋ ਤੁਸੀਂ ਉਹਦੇ ਕੰਸੈਪਟ ਨੂੰ ਰਿਐਲਿਟੀ 'ਚ ਕਿਵੇਂ ਬਦਲ ਸਕਦੇ ਹੋ, ਉਹਦੀ ਨੀਡ ਨੂੰ ਪੂਰੀ ਕਰਕੇ। ਅਗਰ ਤੁਹਾਡੀ ਸ਼ਾਪ ਦੇ ਵਿੱਚ ਉੱਦਾਂ ਦਾ ਕੋਈ ਪਰਟੀਕੂਲਰ ਪ੍ਰੋਡਕਟ ਹੈ ਜੋ ਉਹਦੀਆਂ ਨੀਡਸ ਨੂੰ, ਉਹਦੇ ਕੰਸੈਪਟਸ ਨੂੰ ਮੀਟ ਕਰ ਰਿਹਾ, ਦੈਨ ਤੁਸੀਂ ਉਹਨੂੰ ਦਿਖਾ ਕੇ ਉਹਨੂੰ ਸੈਟਿਸਫਾਈ ਕਰ ਸਕਦੇ ਹੋ। ਕਨਵਰਸੇਸ਼ਨ ਵਿਦ ਦਾ ਕਸਟਮਰਸ। ਆਪਣੇ ਕਸਟਮਰਸ ਦੇ ਨਾਲ ਕਨਵਰਸੇਟ ਕਰਕੇ ਇੱਕ ਸਹੀ ਤਰੀਕੇ ਨਾਲ ਗੱਲਬਾਤ ਕਰਕੇ ਵੀ ਤੁਸੀਂ ਐਕਸਪੈਕਟੇਸ਼ਨ ਨੂੰ ਆਈਡੈਂਟੀਫਾਈ ਕਰ ਸਕਦੇ ਹੋ। ਗਰੁੱਪ ਫੀਡਬੈਕ ਲੈ ਕੇ ਵੱਖ-ਵੱਖ ਤਰ੍ਹਾਂ ਦੇ ਕਸਟਮਰਸ ਤੋਂ ਅਲੱਗ-ਅਲੱਗ ਤਰੀਕੇ ਨਾਲ ਫੀਡਬੈਕ ਲਓ। ਉਹਦੇ ਨਾਲ ਕਿ ਤੁਹਾਨੂੰ ਪਤਾ ਚੱਲੇਗਾ ਕਿ ਤੁਹਾਡੇ ਪਰਟੀਕੂਲਰ ਪ੍ਰੋਡਕਟ ਬਾਰੇ ਕਸਟਮਰ ਦੀ ਕੀ ਸੋਚ ਹੈ, ਕਸਟਮਰ ਦੀ ਕੀ ਇੱਛਾਵਾਂ ਨੇ, ਕਸਟਮਰ ਕੀ ਚਾਹੁੰਦਾ ਹੈ ਤੁਹਾਡੇ ਤੋਂ। ਸੋ ਗਰੁੱਪ ਫੀਡਬੈਕ ਲਓ। ਗੇਨ ਇਨਸਾਈਟਸ ਫਰੋਮ ਦਾ ਕਮਿਊਨਿਟੀ। ਜਿਹੜੀ ਵੀ ਕਮਿਊਨਿਟੀ ਦੇ ਵਿੱਚ ਤੁਸੀਂ ਰਹਿ ਰਹੇ ਹੋ, ਜਿਹੜੀ ਵੀ ਕਮਿਊਨਿਟੀ ਦੇ ਵਿੱਚ ਤੁਸੀਂ ਡੀਲ ਕਰ ਰਹੇ ਹੋ, ਸੋ ਉਹਦੇ ਅੰਦਰੋਂ ਵੀ ਇਨਸਾਈਟਸ ਲਓ ਕਿ ਹਾਂ ਉਸ ਪਰਟੀਕੂਲਰ ਕਮਿਊਨਿਟੀ ਦੇ ਵਿੱਚ ਕਿੱਦਾਂ ਦੀਆਂ ਚੀਜ਼ਾਂ ਚੱਲਦੀਆਂ ਨੇ, ਕਿੱਦਾਂ ਦੇ ਕਸਟਮਰਸ ਨੇ, ਉਹਨਾਂ ਨੂੰ ਕਿਵੇਂ ਪਿਚ ਕੀਤਾ ਜਾ ਸਕਦਾ ਹੈ। ਸੋ ਆਪਣੇ ਕਸਟਮਰ ਦੀ ਐਕਸਪੈਕਟੇਸ਼ਨਸ ਨੂੰ 'ਤੇ ਪੂਰਾ ਉਤਰਨ ਦੇ ਲਈ ਤੁਹਾਨੂੰ ਹਰ ਇੱਕ ਤਰੀਕੇ ਦੇ ਨਾਲ ਕੋਸ਼ਿਸ਼ ਕਰਨੀ ਪਏਗੀ ਔਰ ਹਰ ਇੱਕ ਆਸਪੈਕਟ ਨੂੰ ਆਈਡੈਂਟੀਫਾਈ ਕਰਨਾ ਪਏਗਾ। ਕਸਟਮਰ ਐਕਸਪੈਕਟੇਸ਼ਨ ਫਰੋਮ ਰਿਟੇਲਰ। ਕਸਟਮਰ ਦੀਆਂ ਆਪਣੇ ਰਿਟੇਲਰ ਤੋਂ ਕੀ ਐਕਸਪੈਕਟੇਸ਼ਨਸ ਨੇ। ਪਰਸਨਲਾਈਜੇਸ਼ਨ ਆਫ ਗੁੱਡਸ ਔਰ ਸਰਵਿਸਿਜ਼। ਉਹ ਚਾਹੁੰਦਾ ਹੈ ਕਿ ਜੋ ਵੀ ਉਹਨੂੰ ਗੁੱਡਸ ਔਰ ਸਰਵਿਸਿਜ਼ ਚਾਹੀਦੀਆਂ ਉਹਨਾਂ ਪਰਸਨਲਾਈਜ਼ਡ ਹੋਣ, ਕਿ ਜੋ ਵੀ ਉਹਨੂੰ ਚਾਹੀਦਾ ਹੈ ਕਿ ਉਹ ਚੀਜ਼ ਉਹਨੂੰ ਮਿਲ ਜਾਵੇ। ਮੋਰ ਆਪਸ਼ਨਸ, ਜ਼ਿਆਦਾ ਤੋਂ ਜ਼ਿਆਦਾ ਆਪਸ਼ਨਸ ਹੋਣ। ਇੱਕ ਕਸਟਮਰ ਚਾਹੁੰਦਾ ਹੈ ਕਿ ਉਹਨੂੰ ਬਹੁਤ ਸਾਰੀਆਂ ਆਪਸ਼ਨਸ ਮਿਲਣ, ਪ੍ਰਾਈਸ ਦੇ ਵਿੱਚ ਵੀ, ਕੁਆਲਿਟੀ ਦੇ ਵਿੱਚ ਵੀ, ਕੁਆਂਟਿਟੀ ਦੇ ਵਿੱਚ ਵੀ। ਸੋ ਜ਼ਿਆਦਾ ਆਪਸ਼ਨਸ ਪ੍ਰੋਵਾਈਡ ਕਰੋ। ਲਿਸਨ ਕਲੋਜ਼ਲੀ, ਰਿਸਪੌਂਡ ਕੁਇਕਲੀ। ਕਿ ਕਸਟਮਰ ਚਾਹੁੰਦਾ ਹੈ ਕਿ ਉਹਨੂੰ ਨੇੜੇ ਹੋ ਕੇ ਸੁਣਿਆ ਜਾਵੇ ਔਰ ਉਹਦੀ ਗੱਲ ਨੂੰ ਛੇਤੀ 'ਚ ਛੇਤੀ ਪੂਰਾ ਕੀਤਾ ਜਾਵੇ। ਸੋ ਜਦੋਂ ਕਸਟਮਰ ਨੂੰ ਕੁਇਕ ਸਰਵਿਸ ਮਿਲਦੀ ਹੈ ਉਹਦੇ ਵਿੱਚ ਵੀ ਕਸਟਮਰ ਬਹੁਤ ਸੈਟਿਸਫਾਈਡ ਹੁੰਦਾ ਹੈ। ਗਿਵ ਫਰੰਟ ਲਾਈਨਰਸ ਮੋਰ ਕੰਟਰੋਲ। ਕਿ ਜਿਹੜੇ ਫਰੰਟ ਲਾਈਨਰਸ ਹੈ, ਜਿੱਦਾਂ ਕਸਟਮਰਸ ਅੱਗੇ ਆਉਂਦੇ ਜਾ ਰਹੇ ਨੇ, ਮੋਹਰੇ ਆਉਂਦੇ ਜਾ ਰਹੇ ਨੇ, ਉਹਨਾਂ ਨੂੰ ਪਹਿਲਾਂ ਤੋਂ ਉਹਨਾਂ ਨੂੰ ਜ਼ਿਆਦਾ ਮੌਕਾ ਦਿਓ, ਮੋਹਰੇ ਹੋ ਕੇ ਮੌਕਾ ਦਿਓ ਕਿ ਉਹ ਆਪਣੀ ਚੀਜ਼ ਨੂੰ ਚੂਜ਼ ਕਰ ਸਕਣ। ਜਦੋਂ ਕਸਟਮਰ ਚੂਜ਼ ਕਰਨ ਦੇ ਵਿੱਚ ਕੰਟਰੋਲ ਫੀਲ ਕਰਦਾ ਹੈ ਦੈਨ ਕਸਟਮਰ ਨੂੰ ਸੈਟਿਸਫੈਕਸ਼ਨ ਫੀਲ ਹੁੰਦੀ ਹੈ।
ਕਨਫਰਮ ਕਸਟਮਰ ਐਕਸਪੈਕਟੇਸ਼ਨ, ਕਸਟਮਰ ਦੀ ਐਕਸਪੈਕਟੇਸ਼ਨ ਨੂੰ ਕਨਫਰਮ ਕਰੋ। After identifying the customer expectation, the retail organization representative should confirm it in most effective manner, which is as follows: by calling the customer, by providing extra services, कि अपने कस्टमर ਨੂੰ ਕਾਲ ਕਰਕੇ ਉਹਦੀ ਐਕਸਪੈਕਟੇਸ਼ਨਸ ਬਾਰੇ ਜਾਣੋ ਤੇ ਉਹਨੂੰ ਐਕਸਟਰਾ ਸਰਵਿਸਿਜ਼ ਪ੍ਰੋਵਾਈਡ ਕਰਕੇ। ਰਿਸਪੋਂਡਿੰਗ ਟੂ ਕਸਟਮਰ ਐਪਰੋਪ੍ਰੀਏਟਲੀ, ਫੁਲਫਿਲ ਦੇਅਰ ਨੀਡ, ਉਹਨਾਂ ਦੀਆਂ ਨੀਡਸ ਨੂੰ ਪੂਰੀਆਂ ਕਰੋ। ਫਾਈਂਡ ਦੇਅਰ ਰੀਅਲ ਨੀਡ, ਕਿ ਉਹਨਾਂ ਦੀ ਰੀਅਲ ਨੀਡ ਕੀ ਹੈ, ਕਿ ਅਸਲ ਦੇ ਵਿੱਚ ਕਸਟਮਰ ਕੀ ਲੈਣ ਆਇਆ ਹੈ। ਦੈਨ ਫੁਲਫਿਲ ਦਾ ਕਸਟਮਰ ਨੀਡ, ਰੀਅਲ ਨੀਡ ਨੂੰ ਜਾਣ ਕੇ ਉਹਦੀ ਕਸਟਮਰ ਦੀ ਨੀਡ ਨੂੰ ਫੁਲਫਿਲ ਕਰੋ। ਮੀਟ ਅਵਰ ਕਸਟਮਰ ਨੀਡਸ ਵਿਦ ਐਪਰੋਪ੍ਰੀਏਟ ਪ੍ਰੋਡਕਟ, ਕਸਟਮਰ ਦੀਆਂ ਨੀਡਸ ਨੂੰ ਐਪਰੋਪ੍ਰੀਏਟ ਪ੍ਰੋਡਕਟ ਦੇ ਨਾਲ ਪੂਰਾ ਕਰੋ, ਕਿ ਜੋ ਵੀ ਪ੍ਰੋਡਕਟ ਉਹਨੂੰ ਚਾਹੀਦਾ ਉਹਦੀ ਨੀਡ ਦੇ ਅਕੋਰਡਿੰਗ ਉਹਨੂੰ ਉਹੀ ਪ੍ਰੋਵਾਈਡ ਕਰੋ। ਗਿਵ ਐਨ ਓਨੈਸਟ ਐਕਸਪਲੇਨੇਸ਼ਨ, ਕਿ ਜੋ ਵੀ ਪ੍ਰੋਡਕਟ ਤੁਸੀਂ ਵੇਚ ਰਹੇ ਹੋ, ਚਾਹੇ ਉਹ ਕਸਟਮਰ ਦੀ ਨੀਡ ਦੇ ਅਕੋਰਡਿੰਗ ਹੋਵੇ ਜਾਂ ਕੋਈ ਨਿਊ ਪ੍ਰੋਡਕਟ ਆਫਰ ਕਰ ਰਹੇ ਹੋ, ਦੈਨ ਉਹਦੀ ਓਨੈਸਟ ਐਕਸਪਲੇਨੇਸ਼ਨ ਦਿਓ। ਕਦੀ ਵੀ ਕਸਟਮਰ ਨੂੰ ਆਪਣੇ ਪ੍ਰੋਡਕਟ ਬਾਰੇ ਫੇਕ ਇਨਫੋਰਮੇਸ਼ਨ ਨਾ ਦਿਓ, ਅਦਰਵਾਈਜ਼ ਜਿਹੜਾ ਤੁਹਾਡਾ ਕਸਟਮਰ ਹੈ ਉਹ ਤੁਹਾਡੇ ਤੋਂ ਟੁੱਟ ਜਾਵੇਗਾ। ਸੋ ਐਂਡ ਦੇ ਵਿੱਚ ਆਪਾਂ ਇਹਨੂੰ ਇੱਕ ਸਮਰਾਈਜ਼ ਕਰਦੇ ਹਾਂ ਕਿ ਕਸਟਮਰ ਸਰਵਿਸ ਬਾਰੇ ਆਪਾਂ ਗੱਲ ਕੀਤੀ ਹੈ ਕਿ ਕਸਟਮਰ ਸਰਵਿਸ ਇੱਕ ਬਹੁਤ ਇੰਪੋਰਟੈਂਟ ਪਾਰਟ ਹੈ ਰਿਟੇਲ ਆਰਗੇਨਾਈਜੇਸ਼ਨ ਦੇ ਵਿੱਚ। ਰਿਟੇਲ ਬਿਜ਼ਨਸ ਨੂੰ ਗਰੋ ਕਰਨ ਦੇ ਲਈ ਸਾਨੂੰ ਆਪਣੀ ਕਸਟਮਰ ਬੇਸ ਜ਼ਿਆਦਾ ਤੋਂ ਜ਼ਿਆਦਾ ਚਾਹੀਦਾ ਹੈ। ਅਗਰ ਅਸੀਂ ਆਪਣੇ ਕਸਟਮਰ ਨੂੰ ਆਪਣੇ ਲਈ ਲੋਇਲ ਬਣਾਉਣਾ ਹੈ ਤਾਂ ਸਭ ਤੋਂ ਪਹਿਲਾਂ ਸਾਨੂੰ ਆਪਣੇ ਕਸਟਮਰ ਦੇ ਲਈ ਓਨੈਸਟ ਹੋਣਾ ਪਏਗਾ। ਸਾਨੂੰ ਕਸਟਮਰ ਦੀ ਐਕਸਪੈਕਟੇਸ਼ਨਸ ਨੂੰ ਮੀਟ ਕਰਨਾ ਪਏਗਾ ਔਰ ਕਸਟਮਰ ਨੂੰ ਅੱਛੀ ਤੋਂ ਅੱਛੀ ਸਰਵਿਸ ਪ੍ਰੋਵਾਈਡ ਕਰਨੀ ਪਏਗੀ, ਤਾਂ ਹੀ ਅਸੀਂ ਗੁੱਡ ਕਸਟਮਰ ਰੈਪਟ ਮੇਨਟੇਨ ਕਰ ਸਕਾਂਗੇ। ਇਸ ਤਰ੍ਹਾਂ ਅਸੀਂ ਆਪਣੇ ਬਿਜ਼ਨਸ ਆਰਗੇਨਾਈਜੇਸ਼ਨ ਨੂੰ ਹੋਰ ਜ਼ਿਆਦਾ ਗਰੋ ਕਰਕੇ ਮਾਰਕੀਟਿੰਗ ਵਰਲਡ ਦੇ ਵਿੱਚ ਟੌਪ 'ਤੇ ਜਾ ਸਕਦੇ ਹਾਂ। ਸੋ ਐਂਡ ਦੇ ਵਿੱਚ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੀ ਹਾਂ ਕਿ ਤੁਸੀਂ ਸਾਰਿਆਂ ਨੇ ਇਸ ਟੌਪਿਕ ਨੂੰ ਬਹੁਤ ਧਿਆਨ ਨਾਲ ਸੁਣਿਆ ਔਰ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਟੌਪਿਕ ਅੱਛੀ ਤਰ੍ਹਾਂ ਸਮਝ ਵੀ ਆਇਆ ਹੋਵੇਗਾ ਔਰ ਤੁਸੀਂ ਇਸ ਟੌਪਿਕ ਦੇ ਵਿੱਚ ਜੋ ਵੀ ਪੜ੍ਹੋਗੇ ਉਹਨੂੰ ਤੁਸੀਂ ਅਗਰ ਰੀਅਲ ਲਾਈਫ ਦੇ ਵਿੱਚ ਜਦੋਂ ਇਨ ਫਿਊਚਰ ਤੁਸੀਂ ਐਜ਼ ਅ ਰਿਟੇਲਰ ਗਰੋ ਕਰੋਗੇ ਤਾਂ ਉਹਨਾਂ ਨੂੰ ਆਪਣੀ ਉਹਦੇ ਵਿੱਚ ਇਨਕਲਕੇਟ ਕਰੋਗੇ। ਥੈਂਕ ਯੂ ਸੋ ਮਚ एवरीवन ਫॉर ਲਿਸਨਿੰਗ ਦਾ ਟੌਪਿਕ ਔਰ ਮੈਂ ਉਮੀਦ ਕਰਦੀ ਹਾਂ ਕਿ ਹਰ ਇੱਕ ਨੂੰ ਇਹ ਟੌਪਿਕ ਬਹੁਤ ਅੱਛੇ ਤਰੀਕੇ ਨਾਲ ਸਮਝ ਆਇਆ ਹੋਵੇਗਾ। ਥੈਂਕ ਯੂ ਸੋ ਮਚ।